किस तरीके ਦੇ ਨਾਲ ਐਨਜੀਓ ਜਿਹੜੀ ਚੱਲ ਰਹੀ ਹੈ, ਕੰਮ ਕਿੱਦਾਂ ਚੱਲ ਰਿਹਾ, ਜਿਹੜੀ ਸੇਵਾ ਹੈ ਕਿੱਦਾਂ ਚੱਲ ਰਹੀ ਹੈ? ਦੇਖੋ ਜੀ, ਮੈਨੂੰ ਲੱਗਦਾ ਇਹ ਲਾਈਵ ਐਗਜ਼ਾਮਪਲ ਹੈ। ਮੈਂ ਤੁਹਾਨੂੰ ਇਨ ਸ਼ਾਰਟ ਸਭ ਤੋਂ ਸੌਖਾ ਤਰੀਕਾ ਹੈ ਐਨਜੀਓ ਦੇ ਕੰਮ ਕਰਨ ਦਾ ਤਰੀਕੇ ਦਾ ਸਮਝਾਉਣ। ਆ ਪੇਸ਼ੈਂਟ ਬੈਠੇ ਨੇ ਜਿਨ੍ਹਾਂ ਨੂੰ ਹੈਲਪ ਦੀ ਲੋੜ ਹੈ, ਰੋਜ਼ ਆਉਂਦੇ ਨੇ ਇੱਥੇ, ਕੋਈ ਅੱਜ ਨਹੀਂ ਆਏ। ਤੇ ਇੱਕ ਸਾਈਡ ਉਹ ਪੇਸ਼ੈਂਟ ਬੈਠੇ ਨੇ ਜਿਨ੍ਹਾਂ ਨੂੰ ਹੈਲਪ ਦੀ ਲੋੜ ਹੈ। ਫੋਰ ਐਗਜ਼ਾਮਪਲ ਆ ਜਿਹੜੀ ਭੈਣ ਬੈਠੀ ਆ ਤੇ ਇਹਦੇ ਜਿਹੜੀ ਗਲੇ ਦੇ ਵਿੱਚ ਪਾਈਪ ਲੱਗੀ ਹੋਈ ਹੈ, ਇੱਥੋਂ ਸਾਹ ਲੈਂਦੀ ਹੈ, ਨੱਕ ਤੋਂ ਸਾਹ ਨਹੀਂ ਲੈਂਦੀ। ਇੱਕ ਪਾਸੇ ਡੋਨਰਸ ਬੈਠੇ ਨੇ ਜਿਹੜੇ ਡੋਨੇਸ਼ਨ ਕਰਨ ਆਏ ਨੇ, ਤੇ ਜਿਹੜੇ ਡੋਨਰਸ ਨੇ ਉਹ ਡਾਇਰੈਕਟਲੀ ਉਹਨਾਂ ਨੂੰ ਸੇਵਾ ਕਰਕੇ ਜਾਣਗੇ ਤੇ ਉਹਨਾਂ ਦੇ ਪੈਸੇ ਹਸਪੀਟਲ ਡਿਪੋਜ਼ਿਟ ਹੋਣਗੇ ਤੇ ਉਹਨਾਂ ਦੀ ਹੈਲਪ ਹੋ ਜਾਏਗੀ। ਪੈਸਾ ਲੈਣੇ ਆ ਤੇ ਨਾ ਅਸੀਂ ਕੋਈ ਚੀਜ਼ ਲੈਣੇ ਆ, ਤੇ ਕਿਸ ਤਰੀਕੇ ਦਾ ਸਿਸਟਮ ਹੈ ਕਿ ਜਿਹੜਾ ਤੁਸੀਂ ਐਕਚੁਅਲ ਜਿਹੜਾ ਨੀਡੀ ਪਰਸਨ ਹੈ ਉਹਨੂੰ ਤੁਸੀਂ ਹੈਲਪ ਕਰਦੇ ਹੋ? ਦੇਖੋ ਜੀ, ਜਿਹੜਾ ਐਨਜੀਓ ਦਾ ਮਾਡਲ ਹੈ ਨਾ, ਉਹ ਬੜਾ ਹੀ ਸਾਫ਼ ਸੁਥਰਾ ਹੈ। ਕਿਉਂਕਿ ਮੈਂ ਹਮੇਸ਼ਾ ਤੋਂ ਸੁਣਦਾ ਆਇਆ ਸੀ ਕਿ ਐਨਜੀਓ ਦਾ ਮਤਲਬ ਹੁੰਦਾ ਕਿ ਅਕਾਊਂਟ 'ਚ ਖਾਤੇ 'ਚ ਪੈਸੇ ਪਵਾਓ ਤੇ ਅੱਗੇ ਡੋਨੇਟ ਕਰੋ, ਹਨਾ। ਤੇ ਲੋਕਾਂ ਦੇ ਮਨ 'ਚ ਡਾਊਟ ਹੁੰਦਾ ਸੀ ਕਿ ਪਤਾ ਨਹੀਂ ਉਹਨਾਂ ਪੈਸੇ ਅੱਗੇ ਦਿੱਤੇ ਕਿ ਨਹੀਂ ਦਿੱਤੇ, ਹਨਾ। ਸਾਰਿਆਂ 'ਚ ਹੁੰਦਾ। ਬਿਲਕੁਲ। ਤਾਂ ਮੇਰੇ ਮਨ 'ਚ ਵੀ ਡਾਊਟ ਸੀਗਾ ਕਿ ਲੋਕ ਕਿਵੇਂ ਵਿਸ਼ਵਾਸ ਕਰਨਗੇ ਮੇਰੇ ਤੇ। ਤਾਂ ਫਿਰ ਸਾਡੀ ਟੀਮ ਨੇ ਸਲਾਹ ਕੀਤਾ ਕਿ ਅਸੀਂ ਅਕਾਊਂਟ ਨੰਬਰ ਬਣਾਉਣਾ ਹੀ, ਜਿੰਨੇ ਡੋਨੇਸ਼ਨ ਕਰਨੀ ਇੱਥੇ ਆਓ, ਆ ਕੇ ਡਾਇਰੈਕਟਲੀ ਤੁਸੀਂ ਉਹਨਾਂ ਨੂੰ ਦੇ ਦਿਓ ਜਿਨ੍ਹਾਂ ਨੂੰ ਲੋੜ ਹੈ। ਫਿਰ ਵਿੱਚ ਸਾਡਾ ਕੋਈ ਰੋਲ ਬਹੁਤਾ ਹੈ ਨਹੀਂ। ਤਾਂ ਮੈਨੂੰ ਲੱਗਦਾ ਇਸ ਤਰੀਕੇ ਨਾਲ, ਵਧੀਆ ਤਰੀਕੇ ਨਾਲ ਐਨਜੀਓ ਚੱਲ ਰਹੀ ਹੈ ਤੇ ਲੋਕ ਹੈਲਪ ਕਰ ਰਹੇ ਨੇ। ਸਮਾਜ ਸੇਵੀ ਦੀ ਜਿਹੜੇ ਪਰ ਪਰਸੈਪਸ਼ਨ ਹੁੰਦੀ ਹੈ ਜਾਂ ਇੱਕ ਇਮੇਜ ਹੁੰਦੀ ਹੈ ਨਾ, ਉਹ ਬਹੁਤ ਜ਼ਿਆਦਾ ਮਤਲਬ ਇੱਕ ਸਾਊ ਮੁੰਡਾ ਟਾਈਪ, ਤੇ ਇਹ ਦੋਨਾਂ ਨੂੰ ਮੈਨੇਜ ਕਿੱਦਾਂ ਕਰਦੇ ਹੋ ਪਹਿਲਾਂ ਤੁਸੀਂ? ਤੁਸੀਂ ਬਹੁਤ ਜ਼ਬਰਦਸਤ ਸਵਾਲ ਪੁੱਛਿਆ, ਮੈਂ ਥੈਂਕ ਯੂ ਕਰਦਾ ਤੁਹਾਡਾ। ਦੇਖੋ, ਮੈਂ ਕਹਿਣਾ ਚਾਹੁੰਦਾ ਕਿ ਇੱਕ ਇੰਗਲਿਸ਼ ਚ ਲਾਈਨ ਹੈ, the world will change with their example not with their opinion। ਬਿਲਕੁਲ। ਸਲਾਹ ਦੇਣ ਨਾਲ ਦੁਨੀਆ ਨਹੀਂ ਬਦਲਣੀ, ਦੁਨੀਆ ਬਦਲਣੀ ਤੁਹਾਡੀ ਐਗਜ਼ਾਮਪਲ ਬਣਨ ਨਾਲ। ਹੁਣ ਮੇਰੇ ਤੋਂ ਪਹਿਲਾਂ ਜਿੰਨਾ ਕਿ ਮੈਨੂੰ ਹੋਸ਼ ਹੈ, ਜੇ ਮੈਂ ਗਲਤ ਨਾ ਹੋਵਾਂ, ਮੇਰੇ ਤੋਂ ਪਹਿਲਾਂ ਮੈਨੂੰ ਲੱਗਦਾ ਸੀਗਾ ਕਿ ਸੋਸ਼ਲ ਵਰਕ ਦੀ, ਸੋਸ਼ਲ ਵਰਕਰ ਦੀ ਡੈਫੀਨੇਸ਼ਨ ਆਹੀ ਸੀ ਜਿਹੜੀ ਤੁਸੀਂ ਦੱਸੀ। ਪਰ ਮੈਨੂੰ ਆਉਣ ਤੋਂ ਬਾਅਦ ਜਿੰਨਾ ਕ੍ਰਿਟਿਸਿਜ਼ਮ ਮੈਂ ਸਹਿਆ, ਹੁਣ ਜਿਹੜੇ ਸਾਡੇ ਤੋਂ ਬਾਅਦ ਯੂਥ ਆਏਗੀ ਸੋਸ਼ਲ ਸਰਵਿਸ 'ਚ, ਉਹਨੂੰ ਨਹੀਂ ਸਹਿਣਾ ਪਏਗਾ, ਕਿਉਂਕਿ ਉਹ ਸਾਰਾ ਕ੍ਰਿਟਿਸਿਜ਼ਮ ਅਸੀਂ ਝੇਲ ਲਿਆ। ਕਿਉਂਕਿ ਲੋਕਾਂ ਨੂੰ 8 ਸਾਲ ਤਾਂ ਹੀ ਲੱਗ ਗਏ ਨਾ ਬਰਦਾਸ਼ਤ ਕਰਾਉਣ ਲਈ ਕਿ ਅਸੀਂ ਵੀ ਸਮਾਜ ਸੇਵਾ ਕਰ ਸਕਦੇ ਹਾਂ ਸੱਚੇ ਦਿਲੋਂ, ਬਿਨਾਂ ਪੈਸੇ ਖਾਏ ਔਰ ਸੱਚੀ ਸ਼ਰਧਾ ਨਾਲ। ਲੋਕੀ ਨਹੀਂ ਇਹ ਕਰਦੇ। ਹੁਣ ਮੈਂ, ਤੁਸੀਂ ਜਿਹੜੀ ਕੁੜੀ ਦੀ ਗੱਲ ਕਰ ਰਹੇ ਹੋ, ਇੱਕ ਕੁੜੀ ਆਈ ਸੇਵਾ ਕਰਨ, ਦਿੱਲੀ ਤੋਂ ਮਾਡਲ ਸੀ, ਉਹਨੇ ਕੱਪੜੇ ਮਾਡਰਨ ਪਾਏ ਸੀ, ਸਕਰਟ ਪਾਈ ਸੀ, ਤੇ ਨਾਲ ਉਹਨਾਂ ਦੇ ਇੱਕ ਬਾਪੂ ਜੀ ਆਏ ਸੇਵਾ ਕਰਨ। ਉਹ ਕਹਿੰਦੇ ਉਹਦੇ ਕੱਪੜਿਆਂ ਵੱਲ ਦੇਖ। ਮੈਂ ਕਿਹਾ ਬਾਪੂ ਜੀ ਦੀ 20,000 ਸੇਵਾ, ਉਹਦੇ ਨਾਲ 4 ਜਵਾਕ ਬਚਦੇ ਨੇ, ਤੇ ਤੁਹਾਡੀ 10,000 ਸੇਵਾ। ਮਤਲਬ ਮੈਂ ਸੇਵਾ ਨਹੀਂ ਗੱਲ ਕਰ ਰਿਹਾ, ਮਤਲਬ ਮੈਂ ਗੱਲ ਕਰ ਰਿਹਾ ਕਿ ਇੱਕ ਚੰਗਾ ਦਿਖਣ ਵਾਲਾ ਕੱਪੜੇ ਮੁੰਡਾ ਜਾਂ ਕੁੜੀ, ਜ਼ਰੂਰੀ ਨਹੀਂ ਕਿ ਉਹਦੀ ਤੁਸੀਂ ਉਹਨੂੰ ਜੱਜ ਕਰੋ, ਉਹ ਸਦਾ ਅੰਦਰੋਂ ਉਹਦੇ ਭਾਵਨਾ ਹੋਵੇ। ਪਰ ਸਾਡਾ ਸਮਾਜ ਜੱਜ ਕਰਦਾ ਹੁੰਦਾ। ਨੂੰ ਤੁਸੀਂ ਕਿਸ ਤਰੀਕੇ ਨਾਲ ਚਾਹੁੰਦੇ ਹੋ ਕਿ ਠੀਕ ਕਰਨਾ ਹੈ? ਕਿਉਂਕਿ ਇੱਕ ਐਨਜੀਓ ਜਾਂ ਇੱਕ ਬੰਦਾ ਨਹੀਂ ਠੀਕ ਕਰ ਸਕਦਾ, ਬਹੁਤ ਜਿਹੜੀ ਹੈ ਸਿਸਟਮ ਬਹੁਤ ਵੱਡਾ ਹੈ, ਤੇ ਉਹਨੂੰ ਕਿਸ ਤਰੀਕੇ ਦੇ ਨਾਲ ਤੁਸੀਂ ਚਾਹੁੰਦੇ ਹੋ ਕਿ ਠੀਕ ਕਰਨਾ ਹੈ? ਸਿਸਟਮ ਠੀਕ ਹੋਏਗਾ ਜੀ। ਦੇਖੋ, ਜਦੋਂ ਲੋਕ ਜਵਾਬ ਮੰਗਣਾ ਸ਼ੁਰੂ ਕਰਨਗੇ ਲੋਕਾਂ ਦਾ, ਜਿਵੇਂ ਹੁਣ ਕੋਈ ਮਰੀਜ਼ ਸਾਡੇ ਕੋਲ ਆਉਂਦਾ, ਉਹ ਸਭ ਤੋਂ ਪਹਿਲਾਂ ਆਪਣੇ ਏਰੀਆ ਦੇ ਕਾਉਂਸਲਰ ਕੋਲ ਜਾਣਾ ਚਾਹੀਦਾ, ਫਿਰ ਐਮਐਲਏ ਕੋਲ ਜਾਣਾ ਚਾਹੀਦਾ, ਫਿਰ ਐਮਪੀ ਕੋਲ ਜਾਣਾ ਚਾਹੀਦਾ। ਸਾਡੇ ਤਾਂ ਐਮਪੀ ਵੀ 5 ਸਾਲਾਂ ਬਾਅਦ ਨਜ਼ਰ ਆਉਂਦੇ ਨੇ, ਪਰ ਲੋਕਾਂ ਕੋਲ ਇਹਨਾਂ ਦਮ ਹੀ ਹੈ ਨਹੀਂ ਉਹਨਾਂ ਕੋਲ ਸਵਾਲ ਪੁੱਛਣ ਦਾ। ਲੋਕਾਂ ਨੇ ਇੰਨੀਆਂ ਚਾਪਲੂਸੀਆਂ ਤੇ ਚਮਚਾਗਿਰੀਆਂ ਕੀਤੀਆਂ ਹੋਈਆਂ ਕਿ ਉਹਨਾਂ ਕੋਲ ਇੰਨੀ ਪਾਵਰ ਹੀ ਹੈ ਨਹੀਂ ਕਿ ਉਹ ਸਵਾਲ ਪੁੱਛ ਸਕਣ ਕਿ ਭਾਈ ਤੇ ਤੈਨੂੰ ਵੋਟਾਂ ਪਾਈਆਂ ਤੇ ਘੱਟੋ ਘੱਟ ਇੱਕ ਆਫਿਸ ਖੋਲ ਕੇ ਲੋਕਾਂ ਨੂੰ ਮਿਲਦਾ ਸੀ। ਪਰ ਉਹ ਗੱਲ ਉਹੀ ਹੈ ਨਾ, ਲੋਕ ਡਰਦੇ ਨੇ ਕਿ ਹਾਏ ਪਤਾ ਨਹੀਂ ਕਿਹੜਾ ਤੀਰ ਮਾਰ ਦੂਗਾ ਉਹ ਸਾਡੇ ਤੇ। ਪਰ ਲੋਕਾਂ ਨੂੰ ਸਵਾਲ ਪੁੱਛਣਾ ਚਾਹੀਦਾ, ਕਿਉਂਕਿ ਜਦੋਂ ਵੋਟਾਂ ਪਾਈਆਂ ਨਾਲ ਸਿਸਟਮ ਹੱਥ ਦੇ ਵਿੱਚ ਫੜਾਇਆ ਤਾਂ ਸਵਾਲ ਪੁੱਛੋ, ਉਹਨਾਂ ਕੋਲ ਜਾਓ ਜਦੋਂ ਲੋੜ ਹੈ। ਅੱਜ ਅਸੀਂ ਲੁਧਿਆਣੇ ਦੇ ਵਿੱਚ ਪਹੁੰਚੇ ਆ, ਤੇ ਜਿਸ ਸ਼ਖਸੀਅਤ ਨੂੰ ਤੁਹਾਡੇ ਸਾਹਮਣੇ ਰੂਬਰੂ ਕਰ ਰਿਹਾ, ਉਹ ਕਿਸੇ ਇੰਟਰੋਡਕਸ਼ਨ ਦੇ ਮੁਹਤਾਜ ਨਹੀਂ ਆ। ਸਾਡੇ ਨਾਲ ਗੱਲਬਾਤ ਕਰਨ ਦੇ ਲਈ ਮੌਜੂਦ ਨੇ ਅਨਮੋਲ ਖਵਾਤਰਾ। ਸਭ ਤੋਂ ਪਹਿਲਾਂ ਸਵਾਗਤ ਹੈ ਅਨਮੋਲ ਤੁਹਾਡਾ ਸਾਡੇ ਚੈਨਲ ਤੇ। ਧੰਨਵਾਦ ਜੀ, ਬਹੁਤ ਧੰਨਵਾਦ ਜੀ। ਅੱਛਾ, ਤੁਸੀਂ ਆਲਰੇਡੀ ਬਹੁਤ ਯੂਥ ਆਈਕਨ ਹੋ, ਹੈ ਨਾ, ਫੇਮਸ ਹੋ, ਪਰ ਦਰਸ਼ਕਾਂ ਦੇ ਮਨਾਂ 'ਚ ਨਾ ਹਜੇ ਵੀ ਸਵਾਲ ਹੈ ਕਿ ਅਨਮੋਲ ਖਵਾਤਰਾ ਹੈ ਕੌਣ ਆ, ਕੀ ਚਾਹੁੰਦਾ ਕੀ ਹੈ? ਅਜੇ ਤੱਕ ਸਵਾਲ ਨੇ, ਫਿਰ ਇੱਕ ਵਾਰੀ ਤਾਂ ਪਤਾ ਮਿਲ ਕੇ ਪਤਾ ਲੱਗੇਗਾ ਨਾ ਹੁਣ ਕਿਸੇ ਵੀ ਇਨਸਾਨ ਨੂੰ। ਇਸ ਲਈ ਸਪੈਸ਼ਲੀ ਤੁਹਾਨੂੰ ਮਿਲਣ ਲਈ ਆਇਆ ਤੇ ਲੋਕਾਂ ਸਾਹਮਣੇ ਐਕਚੁਅਲ ਚ ਅਨਮੋਲ ਖਵਾਤਰਾ ਕੀ ਆ ਨਾ, ਉਹ ਦੱਸਣ ਆਇਆ। ਮੈਂ ਤਾਂ ਬਿਲਕੁਲ ਚਾਹਨਾ ਜੀ, ਦੇਖੋ ਤੁਸੀਂ ਆਪ ਅਸਲੀ ਚਿਹਰਾ ਅਨਮੋਲ ਦਾ ਸਾਹਮਣੇ ਲੈ ਕੇ ਆਓ ਤੇ ਲੋਕਾਂ ਨੂੰ ਦੱਸੋ ਕਿ ਅਸਲੀ ਅਨਮੋਲ ਹੈ ਕਿਹੜਾ, ਅਨਮੋਲ ਕਿਉਂ, ਅਨਮੋਲ ਦੇ ਨਾਲ ਜਿਹੜੀ ਪੂਰੀ ਟੀਮ ਇੱਥੇ ਕੰਮ ਕਰ ਰਹੀ ਹੈ ਉਹਨਾਂ ਦਾ ਅਸਲੀ ਚਿਹਰਾ ਮੈਨੂੰ ਲੱਗਦਾ ਕਿ ਸਾਹਮਣੇ ਆਉਣਾ ਚਾਹੀਦਾ। ਤੇ ਤੁਸੀਂ ਸ਼ੁਰੂਆਤ ਕੀਤੀ ਹੈ, ਅਸੀਂ ਵੈਲਕਮ ਕਰਦੇ ਹਾਂ। ਅੱਛਾ, ਕਿਸ ਤਰੀਕੇ ਦੇ ਨਾਲ ਐਨਜੀਓ ਜਿਹੜੀ ਚੱਲ ਰਹੀ ਹੈ, ਕੰਮ ਕਿੱਦਾਂ ਚੱਲ ਰਿਹਾ, ਜਿਹੜੀ ਸੇਵਾ ਹੈ ਉਹ ਕਿੱਦਾਂ ਚੱਲ ਰਹੀ ਹੈ? ਦੇਖੋ ਜੀ, ਮੈਨੂੰ ਲੱਗਦਾ ਇਹ ਲਾਈਵ ਐਗਜ਼ਾਮਪਲ ਹੈ। ਮੈਂ ਤੁਹਾਨੂੰ ਇਨ ਸ਼ਾਰਟ ਸਭ ਤੋਂ ਸੌਖਾ ਤਰੀਕਾ ਹੈ ਐਨਜੀਓ ਦੇ ਕੰਮ ਕਰਨ ਦਾ ਤਰੀਕੇ ਦਾ ਸਮਝਾਉਣ ਨੂੰ। ਆ ਪੇਸ਼ੈਂਟ ਬੈਠੇ ਨੇ ਜਿਨ੍ਹਾਂ ਨੂੰ ਹੈਲਪ ਦੀ ਲੋੜ ਹੈ, ਰੋਜ਼ ਆਉਂਦੇ ਨੇ ਇੱਥੇ, ਕੋਈ ਅੱਜ ਨਹੀਂ ਆਏ। ਤੇ ਇੱਕ ਸਾਈਡ ਉਹ ਪੇਸ਼ੈਂਟ ਬੈਠੇ ਨੇ ਜਿਨ੍ਹਾਂ ਨੂੰ ਹੈਲਪ ਦੀ ਲੋੜ ਹੈ। ਫੋਰ ਐਗਜ਼ਾਮਪਲ ਆ ਜਿਹੜੀ ਭੈਣ ਬੈਠੀ ਆ ਤੇ ਇਹਦੇ ਜਿਹੜੀ ਗਲੇ ਦੇ ਵਿੱਚ ਪਾਈਪ ਲੱਗੀ ਹੋਈ ਹੈ, ਇੱਥੋਂ ਸਾਹ ਲੈਂਦੀ ਹੈ, ਨੱਕ ਤੋਂ ਸਾਹ ਨਹੀਂ ਲੈਂਦੀ। ਇੱਕ ਪਾਸੇ ਡੋਨਰਸ ਬੈਠੇ ਨੇ ਜਿਹੜੇ ਡੋਨੇਸ਼ਨ ਕਰਨ ਆਏ ਹੋਏ ਨੇ, ਤੇ ਜਿਹੜੇ ਡੋਨਰਸ ਨੇ ਉਹ ਡਾਇਰੈਕਟਲੀ ਉਹਨਾਂ ਨੂੰ ਸੇਵਾ ਕਰਕੇ ਜਾਣਗੇ ਤੇ ਉਹਨਾਂ ਦੇ ਪੈਸੇ ਹਸਪੀਟਲ ਡਿਪੋਜ਼ਿਟ ਹੋਣਗੇ ਤੇ ਉਹਨਾਂ ਦੀ ਹੈਲਪ ਹੋ ਜਾਏਗੀ। ਇਹ ਤਰੀਕਾ ਕੰਮ ਕਰਨ ਦਾ। ਅੱਛਾ, ਐਨਜੀਓ ਦਾ ਮਾਡਲ ਜਿਹੜਾ ਬੇਸਿਕਲੀ ਉਹ ਹੈ ਕਿੱਦਾਂ, ਕਿਉਂਕਿ ਕਿਸ ਤਰੀਕੇ ਦੇ ਨਾਲ ਕੰਮ ਕਰਦੀ ਹੈ? ਤੁਸੀਂ ਕਹਿ ਰਹੇ ਹੋ ਕਿ ਨਾ ਤੇ ਅਸੀਂ ਕੋਈ ਪੈਸਾ ਲੈਣੇ ਆ ਤੇ ਨਾ ਅਸੀਂ ਕੋਈ ਚੀਜ਼ ਲੈਣੇ ਆ, ਤੇ ਕਿਸ ਤਰੀਕੇ ਦਾ ਸਿਸਟਮ ਹੈ ਕਿ ਜਿਹੜਾ ਤੁਸੀਂ ਐਕਚੁਅਲ ਜਿਹੜਾ ਨੀਡੀ ਪਰਸਨ ਹੈ ਉਹਨੂੰ ਤੁਸੀਂ ਹੈਲਪ ਕਰਦੇ ਹੋ? ਦੇਖੋ ਜੀ, ਜਿਹੜਾ ਐਨਜੀਓ ਦਾ ਮਾਡਲ ਹੈ ਨਾ, ਉਹ ਬੜਾ ਹੀ ਸਾਫ਼ ਸੁਥਰਾ ਹੈ।
ਕਿਉਂਕਿ ਮੈਂ ਹਮੇਸ਼ਾ ਤੋਂ ਸੁਣਦਾ ਆਇਆ ਸੀ ਕਿ ਐਨਜੀਓਜ਼ ਦਾ ਮਤਲਬ ਹੁੰਦਾ ਕਿ ਅਕਾਊਂਟ 'ਚ ਖਾਤੇ 'ਚ ਪੈਸੇ ਪਵਾਓ ਤੇ ਅੱਗੇ ਡੋਨੇਟ ਕਰੋ, ਹਨਾ। ਤੇ ਲੋਕਾਂ ਦੇ ਮਨ 'ਚ ਡਾਊਟ ਹੁੰਦਾ ਸੀ ਕਿ ਪਤਾ ਨਹੀਂ ਉਹਨੇ ਪੈਸੇ ਅੱਗੇ ਦਿੱਤੇ ਕਿ ਨਹੀਂ ਦਿੱਤੇ, ਹਨਾ, ਸਾਰਿਆਂ 'ਚ ਹੁੰਦਾ। ਬਿਲਕੁਲ। ਤਾਂ ਮੇਰੇ ਮਨ 'ਚ ਵੀ ਡਾਊਟ ਸੀਗਾ ਕਿ ਲੋਕ ਕਿਵੇਂ ਵਿਸ਼ਵਾਸ ਕਰਨਗੇ ਮੇਰੇ ਤੇ। ਤਾਂ ਫਿਰ ਸਾਡੀ ਟੀਮ ਨੇ ਸਲਾਹ ਕੀਤਾ ਕਿ ਅਸੀਂ ਅਕਾਊਂਟ ਨੰਬਰ ਬਣਾਉਣਾ ਹੀ ਨਹੀਂ, ਜਿੰਨੇ ਡੋਨੇਸ਼ਨ ਕਰਨੀ ਇੱਥੇ ਆਓ, ਆ ਕੇ ਡਾਇਰੈਕਟਲੀ ਤੁਸੀਂ ਉਹਨਾਂ ਨੂੰ ਦੇ ਦਿਓ ਜਿਨ੍ਹਾਂ ਨੂੰ ਲੋੜ ਹੈ, ਫਿਰ ਵਿੱਚ ਸਾਡਾ ਕੋਈ ਰੋਲ ਬਹੁਤਾ ਹੈ ਨਹੀਂ। ਤਾਂ ਮੈਨੂੰ ਲੱਗਦਾ ਇਸ ਤਰੀਕੇ ਨਾਲ, ਵਧੀਆ ਤਰੀਕੇ ਨਾਲ ਐਨਜੀਓ ਚੱਲ ਰਹੀ ਹੈ ਤੇ ਲੋਕ ਹੈਲਪ ਕਰ ਰਹੇ ਨੇ। ਪਹਿਲਾਂ ਜਦੋਂ ਆਈਡੀਆ ਸੀਗਾ ਕਿ ਹਾਂ ਵੀ ਮੈਂ ਐਨਜੀਓ ਸਟਾਰਟ ਕਰਨੀ ਹੈ, ਉਹ ਕਦੋਂ ਆਇਆ ਸੀ ਤਾਂ ਕਿਉਂ ਆਇਆ ਸੀ? ਦੇਖੋ ਜੀ 8 ਸਾਲ ਪਹਿਲਾਂ ਆਇਆ ਸੀਗਾ, ਔਰ ਇਹ ਗੁਰੂ ਸਾਹਿਬ ਦੀ ਬਹੁਤ ਕਿਰਪਾ ਹੈ ਕਿ ਪ੍ਰਮਾਤਮਾ ਨੇ ਸਾਨੂੰ ਇਸ ਯੋਗ ਸਮਝਿਆ, ਮੇਰੀ ਫੈਮਿਲੀ ਨੂੰ, ਕਿ ਜਿਹੜਾ ਉਹਨਾਂ ਨੇ ਸਾਨੂੰ ਇਹ ਸੇਵਾ 'ਚ ਜਿਹੜਾ ਸੇਵਾ ਲਾਈ ਹੈ। ਤੇ ਪਰਿਵਾਰ ਦੀ ਬਹੁਤ ਵੱਡੀ ਸਪੋਰਟ ਹੈ ਕਿ ਫੈਮਿਲੀ ਸਪੋਰਟ ਹੈ, ਜਿਹਦੇ ਕਰਕੇ ਸਭ ਕੁਝ ਚੱਲ ਰਿਹਾ। ਬਾਕੀ ਮੈਨੂੰ ਲੱਗਦਾ ਆਈਡੀਆ ਆਣਾ ਵੱਡੀ ਗੱਲ ਨਹੀਂ, ਉਹਨੂੰ ਇੰਪਲੀਮੈਂਟ ਕਰਨਾ ਵੱਡੀ ਗੱਲ। ਬਿਲਕੁਲ। ਹੁਣ ਸੋਚੋ ਸਾਡੇ ਆਈਡੀਆ ਮਾਰਕੀਟ 'ਚ ਆਏ ਨੂੰ 8 ਸਾਲ ਹੋ ਗਏ, ਪਰ 8 ਸਾਲਾਂ ਤੋਂ ਅਸੀਂ ਇਕੱਲੇ ਹੀ ਹਾਂ। ਜੇ ਇਹ ਇੰਨਾ ਹੀ ਸੌਖਾ ਹੁੰਦਾ ਤਾਂ ਹੋਰ ਵੀ ਇਹ ਚੀਜ਼ਾਂ ਖੁੱਲ ਜਾਣੀਆਂ ਸੀ ਨਾ, ਬਟ ਇਹ ਬਹੁਤ ਔਖੀ ਚੀਜ਼ ਹੈ। ਇਹ ਆਈਡੀਆ ਆਣਾ ਤੇ ਉਹਨੂੰ ਇੰਪਲੀਮੈਂਟ ਕਰਨਾ ਜ਼ਮੀਨ ਆਸਮਾਨ ਦਾ ਫਰਕ ਹੈ। ਅਸੀਂ ਤੁਹਾਡੇ ਬਾਰੇ ਸਟੱਡੀ ਕੀਤੀ ਹੈ, ਤੁਸੀਂ ਇੱਕ ਇੰਟਰਵਿਊ ਦੇ ਵਿੱਚ ਕਹਿੰਦੇ ਹੋ ਕਿ ਮੈਂ ਕਾਲਜ ਦੇ ਸੀਗਾ, 19 ਇਅਰਸ 올ਡ ਤੁਹਾਡੀ ਏਜ ਹੋਏਗੀ, ਤੇ ਤੁਹਾਨੂੰ ਉਦੋਂ ਆਈਡੀਆ ਆਇਆ, ਤੁਸੀਂ ਆਪਣੇ ਦੋਸਤਾਂ ਦੇ ਨਾਲ ਗੱਲਬਾਤ ਕੀਤੀ ਹੈ ਤੇ ਉਹਨਾਂ ਨੇ ਤੁਹਾਨੂੰ ਇੱਕ ਗੱਲ ਕਹੀ ਸੀਗੀ, ਉਹ ਸ਼ਾਇਦ ਤੁਹਾਨੂੰ ਯਾਦ ਹੋਏਗੀ, ਹੈ ਨਾ? ਤੇ ਉਹ ਥੋੜਾ ਇਨਸੀਡੈਂਸ ਕੀ ਸੀ, ਉਹ ਮੈਂ ਪੁੱਛਣਾ ਚਾਹੂੰਗੀ। ਦੇਖੋ ਜੀ, ਉਹ ਇਨਸੀਡੈਂਟ ਮੈਂ ਬੜੀ ਵਾਰੀ ਇੰਟਰਵਿਊਜ਼ ਦੇ ਵਿੱਚ ਕਿਸੇ ਸ਼ੇਅਰ ਕੀਤੇ ਨੇ, ਇਸ ਕਰਕੇ ਮੈਂ ਇੰਟਰਵਿਊ ਨੂੰ ਨਵਾਂ ਬਣਾਉਣ ਲਈ ਨਹੀਂ ਕੀਤਾ। ਉਹ ਇਹ ਸੀਗਾ ਕਿ ਮੈਨੂੰ ਕੱਪੜਿਆਂ ਦਾ ਬਹੁਤ ਸ਼ੌਂਕ ਹੈ ਸ਼ੁਰੂ ਤੋਂ। ਤਾਂ ਉਸ ਕਾਲਜ ਦੇ ਵਿੱਚ ਜਦੋਂ ਅਸੀਂ ਪੜ੍ਹਦੇ ਸੀਗੇ ਤਾਂ ਆਬਵੀਅਸਲੀ ਰੋਜ਼ ਨਵੇਂ ਕੱਪੜੇ ਪਾਉਣ ਦਾ ਮਨ ਕਰਦਾ ਸੀ, ਮੈਂ ਅਫੋਰਡ ਵੀ ਕਰਦਾ ਸੀਗਾ ਘਰੋਂ, ਤਾਂ ਹੀ ਪਾਉਂਦਾ ਸੀ। ਤੇ ਮੈਂ ਦੋਸਤਾਂ ਨੂੰ ਕਿਹਾ ਕਿ ਚੱਲ ਸਾਰੇ 500 ਰੁਪਏ ਕੰਟਰੀਬਿਊਟ ਕਰੋ, ਆਪਾਂ ਇੱਕ ਗਵਰਨਮੈਂਟ ਸਕੂਲ 'ਚ ਸਟੇਸ਼ਨਰੀ ਡੋਨੇਟ ਕਰਨੀ ਹੈ। ਤੇ ਉਹ ਕਹਿੰਦੇ ਵਧੀਆ, ਨਾਲੇ ਤੇਰੀ ਦਿਹਾੜੀ ਪੈ ਜਾਏਗੀ, ਨਾਲੇ ਹੈਲਪ ਹੋ ਜਾਏਗੀ। ਤੇ ਮੈਨੂੰ ਗੱਲ ਚੁੱਭ ਗਈ, ਮੈਂ ਕਿਹਾ ਯਾਰ ਇਹ ਕੀ ਗੱਲ ਕਰਤੀ। ਫਿਰ ਮੈਂ ਉਹਨਾਂ ਨੂੰ ਕਿਹਾ ਕਿ ਪੈਸੇ ਮੈਨੂੰ ਦੇਣੇ ਰਹਿਣ ਦਿਓ, ਆਪਾਂ ਨਾ ਆਪ ਹੀ, ਤੂੰ 500 ਪੈਨਸਲਾਂ ਲਿਆ, ਤੂੰ 500 ਨੋਟਬੁੱਕਸ ਲਿਆ, ਤੇ ਮਿਲ ਕੇ ਆਪਾਂ ਕਿਸੇ ਦੀ ਹੈਲਪ ਕਰ ਦਿੰਦੇ ਆ ਉਹ ਸਕੂਲ 'ਚ। ਕਹਿੰਦੇ ਹਾਂ ਇਹ ਵਧੀਆ। ਤਾਂ ਉਸ ਵੇ ਨਾਲ ਅਸੀਂ ਸ਼ੁਰੂ ਹੋਏ ਸੀਗੇ। ਪਿਤਾ ਤੁਹਾਡੇ ਨੇ ਬਿਜ਼ਨਸਮੈਨ ਤੇ ਮੁੰਡਾ ਕਰ ਰਿਹਾ ਸਮਾਜ ਸੇਵਾ, ਇਹ ਮਤਲਬ ਕੰਬੀਨੇਸ਼ਨ ਕੀ ਹੈ? ਨਹੀਂ, ਮੈਨੂੰ ਲੱਗਦਾ ਕਿ ਸ਼ਾਇਦ ਇਹ ਕੰਬੀਨੇਸ਼ਨ ਹੀ ਤਾਂ ਹੈ ਕਿ ਜੇ ਮੇਰਾ ਫਾਦਰ ਚੰਗਾ, ਜੇ ਮੇਰੇ ਫਾਦਰ ਵੀ ਘਰੋਂ ਨਾ ਠੀਕ ਹੁੰਦੇ ਤਾਂ ਸ਼ਾਇਦ ਅੱਜ ਮੈਂ ਵੀ ਕੰਮਕਾਰ 'ਚ ਲੱਗਾ ਹੁੰਦਾ। ਮੈਨੂੰ ਬੜੇ ਲੋਕ ਕਹਿੰਦੇ ਨੇ ਕਿ ਬਿਜ਼ਨਸ ਫੈਮਿਲੀ ਤੋਂ ਹੋ ਕੇ ਤੂੰ ਕਿਵੇਂ ਲੱਗ ਗਿਆ। ਮੈਂ ਕਿਹਾ ਆਬਵੀਅਸਲੀ ਜੇ ਮੈਂ ਬਿਜ਼ਨਸ ਫੈਮਿਲੀ ਤੋਂ ਸੀਗਾ, ਮੈਂ ਅਫੋਰਡ ਕਰਦਾ ਨਾ ਅੱਜ ਸਾਰੀ ਦਿਹਾੜੀ ਸੋਸ਼ਲ ਸਰਵਿਸ ਦੇ ਵਿੱਚ ਲਾ ਰਿਹਾ। ਜੇ ਮੇਰੇ ਘਰ ਰੋਟੀ ਨਹੀਂ ਪੱਕ ਰਹੀ, ਮੇਰੇ ਘਰ ਦੇ ਵਿੱਚ ਸੋਰਸਿਸ ਪੂਰੇ ਨਹੀਂ ਹੈ, ਤਾਂ ਮੈਂ ਸਮਾਜ ਸੇਵਾ ਕਰਦਾ ਚੰਗਾ ਨਹੀਂ ਲੱਗਦਾ। ਤਾਂ ਸੋਰਸਿਸ ਪੂਰੇ ਸੀ ਘਰੇ ਮੇਰੇ, ਰਿਸੋਰਸਿਸ, ਤਾਂ ਹੀ ਮੈਨੂੰ ਇਹ ਕਰਨ ਦਾ ਮੌਕਾ ਮਿਲਿਆ ਨਾ। ਤਾਂ ਮੇਰੇ ਪਾਪਾ ਨੇ ਮੈਨੂੰ ਕਦੀ ਕਿਹਾ ਹੀ ਨਹੀਂ ਕਿ ਬੇਟਾ ਤੂੰ ਵੀ ਆਪਣਾ ਕੰਮਕਾਰ ਦੇਖ, ਪੈਸੇ ਕਮਾ, ਇਹ ਬਹੁਤ ਏਦਾਂ ਦਾ। ਫਿਰ ਅੱਛਾ, ਗੱਲ ਕਰਦੇ ਹਾਂ ਕਿ ਸਿਸਟਮ ਦੀ, ਹੈ ਨਾ? ਤੁਸੀਂ ਹਮੇਸ਼ਾ ਟਾਰਗੇਟ ਰੱਖਦੇ ਹੋ ਸਿਸਟਮ ਨੂੰ ਕਿ ਹਾਂ ਵੀ ਸਿਸਟਮ ਏਦਾਂ ਆ, ਜਾਂ ਸਿਸਟਮ ਸਮਾਜ ਸੇਵੀ, ਕਿਉਂਕਿ ਜਿਹੜੀ ਆਪਾਂ ਗੱਲ ਕਰੀਏ ਲੋਕਾਂ ਦੀ ਭਲਾਈ ਕਰਨਾ ਪੋਲੀਟੀਸ਼ੀਅਨ ਦਾ ਕੰਮ ਹੈ, ਸਿਸਟਮ ਦਾ ਕੰਮ ਹੈ ਨਾ? ਸਮਾਜ ਸੇਵੀ ਤੁਸੀਂ ਕਰ ਰਹੇ ਹੋ, ਇਹ ਤੁਹਾਡੇ ਮਨ ਦੀ ਇੱਛਾ ਹੈ ਜਾਂ ਤੁਹਾਨੂੰ ਚੰਗਾ ਲੱਗਦਾ ਹੈ? ਤੁਸੀਂ ਕਿਸ ਤਰੀਕੇ ਨਾਲ ਚਾਹੁੰਦੇ ਹੋ ਕਿ ਸਿਸਟਮ ਠੀਕ ਹੋ ਜਾਵੇ? ਦੇਖੋ ਜੀ, ਮੈਂ ਤਾਂ ਚਾਹੁੰਦਾ ਕਿ ਜਿਹੜੇ ਲੋਕ ਨੇ ਨਾ, ਅੱਜ ਦੇ ਜ਼ਮਾਨੇ ਦੇ ਵਿੱਚ ਲੋਕ ਸਭ ਤੋਂ ਵੱਡੇ ਨੇ। ਜੇ ਲੋਕਾਂ ਨੂੰ ਪਤਾ ਲੱਗ ਜਾਵੇ ਕਿ ਕਿਹੜਾ ਬੰਦਾ ਸਹੀ ਹੈ, ਕਿਹੜਾ ਬੰਦਾ ਸਿਰਫ ਇੰਟਰਵਿਊਜ਼ ਦੇ ਵਿੱਚ ਚੰਗਾ ਬਣ ਰਿਹਾ, ਕਿਹੜਾ ਅਸਲੀ 'ਚ ਚੰਗਾ ਹੈ, ਜਦੋਂ ਲੋਕਾਂ ਨੂੰ ਇਹ ਪਛਾਣ ਕਰਨੀ ਆ ਗਈ ਨਾ, ਫਿਰ ਸਿਸਟਮ ਸੁਧਰ ਜਾਏਗਾ। ਅੱਜ ਕੱਲ ਕੀ ਹੋ ਰਿਹਾ, ਅੱਜ ਕੱਲ ਯੁੱਗ ਚੱਲ ਰਿਹਾ ਕਿ ਜਿਹਨੂੰ ਵਧੀਆ ਬੋਲਣਾ ਆਉਂਦਾ ਸੋਸ਼ਲ ਮੀਡੀਆ ਤੇ, ਉਹ ਸਟਾਰ ਬਣ ਰਿਹਾ। ਬਿਲਕੁਲ। ਤੇ ਜਿਹੜਾ ਗਰਾਊਂਡ ਵਰਕ ਕਰ ਰਿਹਾ, ਉਹ ਵਿਚਾਰੇ ਨੂੰ ਬੋਲਣਾ ਹੀ ਨਹੀਂ ਆ ਰਿਹਾ ਵਧੀਆ, ਤਾਂ ਉਹ ਸਟਾਰ ਨਹੀਂ ਬਣ ਪਾ ਰਿਹਾ। ਸਟਾਰ ਉਹ ਬਣਨਾ ਵੀ ਨਹੀਂ ਚਾਹੁੰਦਾ ਹੋਏਗਾ। ਪਰ ਜਿਵੇਂ ਹੁਣ ਤੁਸੀਂ ਇੰਟਰਵਿਊ ਕਰਨ ਆਏ, ਤਾਂ ਮੇਰਾ ਮਨ ਹੁੰਦਾ ਕਿ ਮੈਂ ਆਪਣੀਆਂ ਸਾਰੀਆਂ ਇੰਟਰਵਿਊਜ਼ ਇੱਥੇ ਹੀ ਕਰਾਂ। ਰੀਜ਼ਨ ਬੀਇੰਗ, ਜੇ ਮੈਂ ਤੁਹਾਡੇ ਨਾਲ ਅੱਜ ਕਿਸੇ ਕੈਫੇ 'ਚ ਬੈ ਕੇ ਇੰਟਰਵਿਊ ਕਰਾਂ, ਲੋਕ ਮੇਰੇ ਵੱਲ ਨੂੰ ਹੋ ਜਾਣਗੇ ਕਿ ਲਾ ਵੀ ਕਿੰਨਾ ਵਧੀਆ ਬੋਲਦਾ, ਹਨਾ, ਕਿੰਨਾ ਕਰਦਾ। ਪਰ ਇੱਥੇ ਇਹਨਾਂ ਦਾ ਦਰਦ ਮਹਿਸੂਸ ਹੁੰਦਾ। ਤੁਸੀਂ ਇਹਨਾਂ ਨੂੰ ਵੀ ਸਵਾਲ ਪੁੱਛ ਸਕਦੇ ਹੋ, ਮੈਨੂੰ ਵੀ ਪੁੱਛ ਸਕਦੇ ਹੋ, ਰੈਂਡਮ ਕੁਝ ਵੀ ਕਰ ਸਕਦੇ ਹੋ, ਕੁਝ ਵੀ ਪਲਾਨਡ ਨਹੀਂ ਹੈ। ਤਾਂ ਮੈਨੂੰ ਹੁੰਦਾ ਕਿ ਲੋਕਾਂ ਨੂੰ ਏਦਾਂ ਦੇ ਜਿਹੜੇ ਸੋਸ਼ਲ ਵਰਕ ਚੱਲ ਰਹੇ ਨੇ ਸਮਾਜ ਦੇ ਵਿੱਚ, ਸਿਸਟਮ ਫੇਲੀਅਰ ਹੈ ਬਹੁਤ ਵੱਡਾ। ਕਿਉਂਕਿ ਜੇ ਸਿਸਟਮ ਚੱਜਦਾ ਹੋਵੇ ਤਾਂ ਮੇਰੇ ਵਰਗੇ ਨੂੰ ਕੀ ਲੋੜ ਹੈ ਇੱਥੇ ਬੈਠਣ ਦੀ? ਸਿਸਟਮ ਫੇਲ ਹੈ ਤਾਂ ਹੀ ਅਸੀਂ ਇੱਥੇ ਬੈਠੇ ਹਾਂ। ਬਿਲਕੁਲ। ਡੋਨਰ ਆਏ ਨੇ, ਅਸੀਂ ਪਿੱਛੇ ਦੇਖ ਰਹੇ ਹਾਂ, ਇਹ ਪੇਸ਼ੈਂਟ ਨੇ, ਡੋਨਰ ਨੇ। ਅੱਛਾ, ਪੇਸ਼ੈਂਟ ਵੀ ਆਏ ਨੇ ਤੇ ਡੋਨਰ ਵੀ ਆਏ ਨੇ। ਇਹ ਬਹੁਤ ਇੱਕ ਉਮੀਦ ਲੈ ਕੇ ਆਏ ਨੇ ਕਿ ਅਸੀਂ ਅਨਮੋਲ ਖਵਾਤਰਾ ਕੋਲ ਜਾਣਾ ਹੈ ਤੇ ਸ਼ਾਇਦ ਸਾਡਾ ਕੁਝ ਭਲਾ ਹੋ ਜਾਵੇ, ਹੈ ਨਾ? ਤੇ ਬਹੁਤੇ ਲੋਕਾਂ ਦਾ ਤੁਸੀਂ ਭਲਾ ਕੀਤਾ ਵੀ ਹੈ, ਅਸੀਂ ਦੇਖਦੇ ਆਏ ਆ ਸੋਸ਼ਲ ਮੀਡੀਆ ਤੇ ਵੀ, ਤੇ ਲੋਕਾਂ ਦੇ ਮੂੰਹੋਂ ਵੀ ਅਸੀਂ ਇਹ ਗੱਲ ਸੁਣੀ ਹੈ। ਕਿਸ ਤਰੀਕੇ ਦੇ ਨਾਲ ਤੁਹਾਨੂੰ ਜਦੋਂ ਇਹ ਲੋਕੀ ਤੁਸੀਂ ਮਦਦ ਕਰਦੇ ਹੋ ਤੇ ਉਦੋਂ ਤੁਹਾਨੂੰ ਕਿਸ ਤਰੀਕੇ ਦਾ ਲੱਗਦਾ ਹੈ, ਉਹ ਐਕਸਪਲੇਨੇਸ਼ਨ ਚਾਹੁੰਦੇ ਆ ਤੁਹਾਡੇ? ਦੇਖੋ ਜੀ, ਇਹ ਚੀਜ਼ ਦੀ ਐਕਸਪਲੇਨੇਸ਼ਨ ਤਾਂ ਮੈਨੂੰ ਲੱਗਦਾ ਬਣੀ ਨਹੀਂ ਨਾ, ਕਿਉਂਕਿ ਇਹ ਫੀਲ ਮਹਿਸੂਸ ਕਰਕੇ ਹੋ ਸਕਦੀ। ਹੁਣ ਮੈਂ ਤੁਹਾਨੂੰ ਕਿਵੇਂ ਮਹਿਸੂਸ ਕਰਾਵਾਂ ਕਿ ਜਦੋਂ ਕਿਸੇ ਬੱਚੇ ਦੀ ਜਾਨ ਬਚਦੀ ਹੈ ਜਾਂ ਕੋਈ ਮਾਂ ਦੁਆਵਾਂ ਦਿੰਦੀ ਹੈ ਤਾਂ ਤੁਹਾਨੂੰ ਕਿਵੇਂ ਫੀਲ ਹੁੰਦਾ? ਇਹ ਤਾਂ ਕਰਕੇ ਪਤਾ ਲੱਗ ਸਕਦਾ। ਔਰ ਮੈਂ ਤਾਂ ਸਾਰਿਆਂ ਨੂੰ ਇਹ ਵੀ ਕਹਿਣਾ ਚਾਹੁੰਦਾ ਕਿ ਮੇਰੀਆਂ ਗੱਲਾਂ ਤੇ ਜਾਣ ਤੋਂ ਪਹਿਲਾਂ ਨਾ ਇੱਥੇ ਆ ਕੇ ਬੈਠੋ, ਇਸ ਆਰਾਮ ਨਾਲ ਮੇਰੇ ਨਾਲ ਕੁਰਸੀ ਢਾ ਕੇ ਬੈਠੋ, ਦੇਖੋ, ਮਹਿਸੂਸ ਕਰੋ ਕਿ ਕਿਵੇਂ ਕੰਮ ਹੋ ਰਿਹਾ। ਆਪਣਾ ਸਾਰਾ ਦਿਮਾਗ ਦੜਾਓ ਕਿ ਕਿੱਥੋਂ ਕੁੰਡੀ ਲੱਗ ਸਕਦੀ ਹੈ, ਕਿੱਥੋਂ ਪੈਸੇ ਖਾ ਸਕਦਾ ਹੈ, ਜਾਂ ਕਿਵੇਂ ਆ ਸਾਰਾ ਸਿਸਟਮ, ਪਤਾ ਲੱਗੇ ਕਿ ਇਹਦੇ ਦਿਮਾਗ ਵਿੱਚ ਸ਼ੈਤਾਨੀ ਦਿਮਾਗ ਕੀ ਹੈ। ਉਸ ਤੋਂ ਬਾਅਦ ਸਾਡੇ ਨਾਲ ਜੁੜੋ, ਬਜਾਏ ਸਾਡੇ ਨਾਲ ਪਹਿਲਾਂ ਤੁਸੀਂ ਜੁੜ ਜਾਓ, ਪਹਿਲਾਂ ਪਰਖੋ ਇਸ ਟੀਮ ਨੂੰ ਇਹ ਕਿਵੇਂ ਕੰਮ ਕਰ ਰਹੀ, ਵੇ ਆਫ ਵਰਕਿੰਗ ਕੀ ਹੈ, ਫਿਰ ਜੁੜੋ।
ਮੈਂ ਤੁਹਾਨੂੰ ਵੀ ਇਹੀ ਕਿਹਾ ਕਿ ਤੁਸੀਂ ਆਏ ਹੋ, ਦੇਖੋ ਤੇ ਮਹਿਸੂਸ ਕਰੋ ਸਾਰਾ ਟੀਮ ਦਾ ਵਰਕ ਜਾਂ ਇਹ ਬਿਲਕੁਲ ਅਸੀਂ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਐਂਡ ਉਹ ਬਹੁਤ ਐਕਸਪੈਕਟੇਸ਼ਨਸ ਲੈ ਕੇ ਆਏ ਨੇ ਕਿ ਸ਼ਾਇਦ ਇੱਥੇ ਆ ਕੇ ਸਾਡਾ ਨਾ ਕੁਝ ਹੱਲ ਹੋ ਜਾਵੇ ਜਾਂ ਸਾਡਾ ਮਸਲਾ ਹੱਲ ਹੋ ਜਾਵੇ ਜਾਂ ਸਾਡਾ ਬੱਚਾ ਠੀਕ ਹੋ ਜਾਵੇ, ਹੈ ਨਾ। ਐਕਸਪੈਕਟੇਸ਼ਨ ਸਾਡੇ ਤੋਂ ਨਹੀਂ ਲੈ ਕੇ ਆਏ, ਸਾਡੇ ਕੋਲ ਨਹੀਂ ਲੈ ਕੇ ਆਏ, ਲੈ ਕੇ ਆਏ ਨੇ ਇੱਕ ਇਨਸਾਨੀਅਤ ਕੋਲ, ਇੱਕ ਉਮੀਦ ਕੋਲ, ਔਰ ਇਹ ਉਮੀਦ ਪੂਰੀ ਇੱਕ ਜ਼ਰੀਆ ਫਾਊਂਡੇਸ਼ਨ ਕੋਲ ਹੈ। ਔਰ ਇੱਕ ਜ਼ਰੀਆ ਫਾਊਂਡੇਸ਼ਨ ਦੀ ਉਮੀਦ ਜਿਹੜੀ ਅੱਛੇ ਲੋਕ ਨੇ ਦੁਨੀਆ 'ਚ ਇਹਦੇ ਨਾਲ ਜੁੜੇ ਨੇ। ਹੁਣ ਅੱਜ ਇੱਕ ਕੁੜੀ ਨਾ ਅਫਗਾਨਿਸਤਾਨ 'ਚ ਰਹਿੰਦੀ, ਉਹ ਕੁੜੀ ਇੰਡੀਅਨ ਨਹੀਂ ਹੈ, ਅਫਗਾਨ ਕੁੜੀ ਆਪਣੇ ਅੱਜ ਰਿਸ਼ਤੇਦਾਰਾਂ ਦੇ ਹੱਥ ਇੱਥੇ ਇੰਡੀਆ ਆਏ ਨੇ, ਉਹਨਾਂ ਦੇ ਹੱਥ ਸੇਵਾ ਭੇਜ ਰਹੀ ਇੱਥੇ, ਹਨਾ। ਮਿਸ ਅਮਰੀਕਾ, ਮਿਸ ਵਰਲਡ ਅਮਰੀਕਾ ਇੱਥੇ ਬੈਠੀ ਜਿਹੜੀ ਸੇਵਾ ਕਰਨ ਆਈ ਹੋਈ ਹੈ। ਤਾਂ ਮੈਨੂੰ ਲੱਗਦਾ ਕਿ ਇਹ ਚੀਜ਼ਾਂ ਆਪ ਮਹਿਸੂਸ ਕਰਨੀਆਂ ਪੈਣੀਆਂ ਇੱਥੇ ਆ ਕੇ, ਤਾਂ ਹੀ ਮਹਿਸੂਸ ਹੋ ਸਕਦਾ। ਹੁਣ ਤੁਸੀਂ ਆਹ ਚੀਜ਼ ਕਿਵੇਂ ਮਹਿਸੂਸ ਕਰੋਗੇ? ਬੱਚਾ ਨੇ ਹੱਥ ਫੜਿਆ ਹੋਇਆ ਭੈਣ ਨੇ, ਤੁਸੀਂ ਦੇਖੋ ਬੱਚੇ ਵੱਲ, ਹੁਣ ਉਹ ਵਿਚਾਰੀ ਮਾਂ ਹੈ, ਹਸਬੈਂਡ ਨਹੀਂ ਪੁੱਛਦੇ ਇਹਦੇ, ਹਨਾ। ਪਿਛਲੇ ਤਕਰੀਬਨ 6-7 ਮਹੀਨੇ ਤੋਂ ਸਾਡੇ ਕੋਲ ਹੈਲਪ ਲੈ ਰਹੀ ਹੈ। ਹੁਣ ਜੋ ਦੁਆਵਾਂ ਦੇਗੀ ਢਿੱਡੋਂ, ਕਿ ਮੈਂ ਤੁਹਾਨੂੰ ਕਿਵੇਂ ਫੀਲ ਕਰਾਵਾਂ, ਤਾਂ ਉਹਦੇ ਨਾਲ ਗੱਲਬਾਤ ਕਰਕੇ ਪਤਾ ਲੱਗੇਗਾ ਕਿ ਤੁਸੀਂ, ਮੈਂ ਤਾਂ ਕਹਿੰਦਾ ਸੋ ਕਿ ਉਹਨਾਂ ਨੂੰ ਪੁੱਛੋ ਤੁਸੀਂ ਇੱਥੇ ਕੀ ਕਰਨ ਆਏ ਹੋ, ਕਿਉਂ ਆਏ ਹੋ, ਸੱਚ ਕੀ ਹੈ, ਝੂਠ ਕੀ ਹੈ, ਪਤਾ ਕਰਨਾ ਚਾਹੀਦਾ ਤੁਹਾਨੂੰ। ਬਾਪੂ ਜੀ ਬੈਠੇ ਨੇ, ਤੁਸੀਂ ਦੇਖੋ, ਹਨਾ। ਡਾਇਲਿਸਿਸ, ਉਦੋਂ ਪਿਸਟੂਲਾ ਪੈਣਾ, ਪੈਸੇ ਹੈ ਨਹੀਂ, ਬੜੀ ਇਦਾਂ ਦੀਆਂ ਸਟੋਰੀਜ਼ ਨੇ। ਆ ਬਾਈ ਦੀ ਅੱਖਾਂ ਦਾ ਇਲਾਜ ਹੋਇਆ, ਬੜੇ ਮਰੀਜ਼ ਨੇ ਇਦਾਂ। ਸ਼ਾਇਦ ਤੁਸੀਂ ਮੇਰਾ ਸਵਾਲ ਪਹਿਲਾਂ ਠੀਕ ਤਰੀਕੇ ਨਾਲ ਨਹੀਂ ਸੁਣਿਆ। ਮੈਂ ਤੁਹਾਨੂੰ ਕਿਹਾ ਕਿ ਡੋਨਰ ਆਉਂਦੇ ਨੇ, ਪੇਸ਼ੈਂਟ ਆਉਂਦੇ ਨੇ, ਹੈ ਨਾ। ਤੁਹਾਡੀ ਜਿਹੜੀ ਫਾਊਂਡੇਸ਼ਨ ਹੈ ਇੱਕ ਜ਼ਰੀਆ, ਇਹਦੇ ਵਿੱਚ ਨਾ ਪੈਸਾ ਹੈ ਤੇ ਨਾ ਕੋਈ ਚੀਜ਼ ਹੈ। ਕਿੱਦਾਂ ਹੈਲਪ ਕਰਦੇ ਹੋ? ਕਿਉਂਕਿ ਲੋਕੀ ਤੁਹਾਡੇ ਕੋਲ ਇਕੱਲੇ ਲੁਧਿਆਣੇ ਦੇ ਤਾਂ ਆਉਂਦੇ ਹੀ ਨਹੀਂ ਹੈ, ਦੂਰੋਂ ਵੀ ਆਉਂਦੇ ਨੇ, ਕਿਤੇ ਦੂਸਰੇ ਸ਼ਹਿਰ ਤੋਂ ਵੀ ਆਉਂਦੇ ਨੇ, ਤੇ ਇਹਨਾਂ ਦੀ ਮਦਦ ਤੁਸੀਂ ਕਿਸ ਤਰੀਕੇ ਦੇ ਨਾਲ ਕਰਦੇ ਹੋ? ਮੈਂ ਉਹੀ ਦੱਸਿਆ, ਆ ਪੇਸ਼ੈਂਟ ਬੈਠੇ ਨੇ, ਡੋਨਰ ਬੈਠੇ ਨੇ, ਇਹਨਾਂ ਨੂੰ ਆਪਸ ਦੇ ਵਿੱਚ ਮਿਲਵਾ ਕੇ ਹੈਲਪ ਹੋ ਜਾਂਦੀ, ਸੋ ਸਿੰਪਲ। ਨਹੀਂ, ਅਗਰ ਕਿਸੇ ਨੂੰ ਮੰਨ ਲਓ ਕਿ ਕਿਸ ਤਰੀਕੇ ਦੀ ਹੈਲਪ, ਕਿਸ ਤਰੀਕੇ ਦੀ ਸਿਰਫ ਹੈਲਪ ਮੈਡੀਕਲ ਕਰਦੇ ਏਡ, ਹੋ ਤੁਸੀਂ? ਮੈਡੀਕਲ ਏਡ ਤੋਂ ਇਲਾਵਾ ਅਸੀਂ ਕੋਈ ਹੈਲਪ ਨਹੀਂ ਕਰਦੇ। ਸਿਰਫ ਕਿਸੇ ਨੂੰ ਕੋਈ ਮੈਡੀਸਿਨਸ ਚਾਹੀਦੀਆਂ, ਕੋਈ ਆਪਰੇਸ਼ਨ ਕਰਾਉਣਾ ਹੈ, ਕੋਈ ਮੈਡੀਕਲੀ ਸਲਾਹ ਚਾਹੀਦੀ ਹੈ, ਸਿਰਫ ਉਹੀ ਹੈਲਪ। ਉਸ ਤੋਂ ਇਲਾਵਾ ਤਾਂ ਫਿਰ ਬਹੁਤ ਤਰ੍ਹਾਂ ਦੀ ਹੈਲਪ ਹੈ ਨਾ, ਉਹ ਬਹੁਤ ਤਰ੍ਹਾਂ ਦੀ ਹੈਲਪ ਤਾਂ ਆਪਾਂ ਨਹੀਂ ਕਰ ਪਾਵਾਂਗੇ। ਤਾਂ ਆਪਣਾ ਇੱਕ ਦਾਇਰਾ ਹੈ, ਕਿਉਂਕਿ ਉਹਦਾ ਤਾਂ ਫਾਇਦਾ ਨਹੀਂ ਕਿ ਮੈਂ 10 ਪੋਸਟਾਂ ਪਾਵਾਂ ਕਿ ਮੈਂ ਕਿਸੇ ਨੂੰ ਰੋਟੀ ਵੀ ਖਵਾਤੀ, ਮੈਂ ਕਿਸੇ ਦਾ ਘਰ ਵੀ ਬਣਾਤਾ, ਮੈਂ ਕਿਸੇ ਨੂੰ ਇਲਾਜ ਵੀ ਕਰਾਤਾ, ਮੈਂ ਕਿਸੇ ਦੀ ਪੜ੍ਹਾਈ ਵੀ ਕਰਾਤੀ। ਉਹ ਪ੍ਰੋਪਰ ਤਰੀਕੇ ਨਾਲ ਮੈਂ ਕਰ ਨਹੀਂ ਸਕਦਾ। ਉਹ ਤਾਂ ਪਤਾ ਲੱਗ ਜਾਂਦਾ ਕਿ ਹਾਂ ਵੀ ਇਹਨੇ ਨੰਬਰ ਬਣਾਉਣ ਵਾਸਤੇ ਕੀਤਾ ਹੈ, ਪਰ ਅਸਲ ਦੇ ਵਿੱਚ ਇੱਕੋ ਫੀਲਡ ਮੈਡੀਕਲ ਦਾ ਜਿਹੜਾ ਅਸੀਂ ਫੜਿਆ ਹੋਇਆ, ਜੇ ਉਹਨੂੰ ਹੀ ਵਧੀਆ ਤਰੀਕੇ ਨਾਲ ਚਲਾ ਲਈਏ ਤਾਂ ਮੈਨੂੰ ਲੱਗਦਾ ਜ਼ਿਆਦਾ ਵਧੀਆ ਗੱਲ। ਅੱਛਾ, ਇੱਕ ਜ਼ਰੀਆ ਦੇ ਨਾਲ ਹੁਣ ਕਿੰਨੇ ਜਿਹੜੇ ਮੈਂਬਰ ਨੇ ਉਹ ਕੰਮ ਕਰ ਰਹੇ ਨੇ, ਕਿੰਨੇ ਲੋਕ ਜੁੜ ਗਏ ਹੋਏ? ਮੈਨੂੰ ਲੱਗਦਾ ਜੀ ਨੰਬਰਿੰਗ ਦੱਸਣੀ ਮੁਸ਼ਕਲ ਹੈ, ਪਰ ਹਜ਼ਾਰਾਂ ਹੀ ਲੱਖਾਂ ਲੋਕ ਨੇ ਜਿਹੜੇ ਹੁਣ ਤੱਕ ਜੁੜ ਚੁੱਕੇ ਨੇ। ਤੁਸੀਂ ਇੱਥੋਂ ਹਿਸਾਬ ਲਾ ਲਓ ਕਿ ਇੱਥੇ ਰੋਜ਼ ਡੋਨੇਸ਼ਨ ਦੀ ਲੋੜ ਹੁੰਦੀ ਹੈ ਤੇ ਰੋਜ਼ ਨਵਾਂ ਡੋਨਰ ਆ ਰਿਹਾ ਪਿਛਲੇ 8 ਸਾਲ ਤੋਂ। ਤਾਂ ਕਿੰਨੇ ਕੁ ਲੋਕ ਜੁੜ ਚੁੱਕੇ ਨੇ ਔਰ ਕਿੰਨੇ ਕੁ ਲੋਕ ਹੈਲਪ ਕਰ ਚੁੱਕੇ ਨੇ, ਤੇ ਕਿੰਨੇ ਵੱਡਾ ਸਿਸਟਮ ਹੋ ਚੁੱਕਾ। ਇੱਕ ਹੋਰ ਕਿੱਸਾ ਹੈ ਤੁਹਾਡੇ ਬਾਰੇ ਸੁਣਿਆ ਹੈ ਕਿ ਇੱਕ ਦਿੱਲੀ ਦੀ ਮਾਡਲ ਆਈ ਸੀ ਜੀ, ਤੇ ਉਦੋਂ ਤੁਹਾਨੂੰ ਕਿਸੇ ਨੇ ਗੱਲ ਕੀਤੀ ਸੀ ਕਿ ਕੱਪੜੇ ਕਿੱਦਾਂ ਦੇ ਪਾ ਕੇ ਆਈ ਹੈ, ਉਹ ਤਾਂ ਸਾਡੇ, ਹੈ ਨਾ। ਦੇਖੋ ਤੁਸੀਂ ਤੇ ਉਹਨੂੰ ਕਿਸ ਤਰੀਕੇ ਨਾਲ ਮੈਨੇਜ ਕਰਦੇ ਹੋ? ਬਿਕੋਜ਼ ਆਫ ਕਿਉਂਕਿ ਤੁਸੀਂ ਵੀ ਮਾਡਰਨ ਹੋ, ਹੈ ਨਾ, ਤੁਹਾਡਾ ਵੇ ਆਫ ਸਟਾਈਲ, ਵੇ ਆਫ ਟਾਕ, ਜੋ ਵੀ ਤੁਸੀਂ ਵੇਅਰ ਕਰਦੇ ਹੋ, ਹੈ ਨਾ, ਇੱਕ ਸਮਾਜ ਸੇਵੀ ਦੀ ਜੇ ਪਰ ਪਰਸੈਪਸ਼ਨ ਹੁੰਦੀ ਹੈ ਜਾਂ ਇੱਕ ਇਮੇਜ ਹੁੰਦੀ ਹੈ ਨਾ, ਉਹ ਬਹੁਤ ਜ਼ਿਆਦਾ ਮਤਲਬ ਇੱਕ ਸਾਊ ਮੁੰਡਾ ਟਾਈਪ, ਤੇ ਇਹ ਦੋਨਾਂ ਨੂੰ ਮੈਨੇਜ ਕਿੱਦਾਂ ਕਰਦੇ ਹੋ ਪਹਿਲਾਂ ਤੁਸੀਂ? ਬਹੁਤ ਜ਼ਬਰਦਸਤ ਸਵਾਲ ਪੁੱਛਿਆ, ਮੈਂ ਥੈਂਕ ਯੂ ਕਰਦਾ ਤੁਹਾਡਾ। ਦੇਖੋ, ਮੈਂ ਕਹਿਣਾ ਚਾਹੁੰਦਾ ਕਿ ਇੱਕ ਇੰਗਲਿਸ਼ ਚ ਲਾਈਨ ਹੈ, ਦ ਵਰਲਡ ਵਿਲ ਚੇਂਜ ਵਿਦ देयर ਐਗਜ਼ਾਮਪਲ, ਨਾਟ ਵਿਦ देयर ਓਪੀਨੀਅਨ। ਬਿਲਕੁਲ, ਸਲਾਹ ਦੇਣ ਨਾਲ ਦੁਨੀਆ ਨਹੀਂ ਬਦਲਣੀ, ਦੁਨੀਆ ਬਦਲਣੀ ਤੁਹਾਡੀ ਐਗਜ਼ਾਮਪਲ ਬਣਨ ਨਾਲ। ਹੁਣ ਮੇਰੇ ਤੋਂ ਪਹਿਲਾਂ, ਜਿੰਨਾ ਕਿ ਮੈਨੂੰ ਹੋਸ਼ ਹੈ, ਜੇ ਮੈਂ ਗਲਤ ਨਾ ਹੋਵਾਂ, ਮੇਰੇ ਤੋਂ ਪਹਿਲਾਂ ਮੈਨੂੰ ਲੱਗਦਾ ਸੀਗਾ ਕਿ ਸੋਸ਼ਲ ਵਰਕ ਦੀ, ਸੋਸ਼ਲ ਵਰਕਰ ਦੀ ਡੈਫੀਨੇਸ਼ਨ ਆਹੀ ਸੀ ਜਿਹੜੀ ਤੁਸੀਂ ਦੱਸੀ। ਪਰ ਮੈਨੂੰ ਆਉਣ ਤੋਂ ਬਾਅਦ ਜਿੰਨਾ ਕ੍ਰਿਟਿਸਿਜ਼ਮ ਮੈਂ ਸਹਿਆ, ਹੁਣ ਜਿਹੜੇ ਸਾਡੇ ਤੋਂ ਬਾਅਦ ਯੂਥ ਆਏਗੀ ਸੋਸ਼ਲ ਸਰਵਿਸ 'ਚ, ਉਹਨੂੰ ਨਹੀਂ ਸਹਿਣਾ ਪਏਗਾ, ਕਿਉਂਕਿ ਉਹ ਸਾਰਾ ਕ੍ਰਿਟਿਸਿਜ਼ਮ ਅਸੀਂ ਝੇਲ ਲਿਆ। ਕਿਉਂਕਿ ਲੋਕਾਂ ਨੂੰ 8 ਸਾਲ ਤਾਂ ਹੀ ਲੱਗ ਗਏ ਨਾ ਬਰਦਾਸ਼ਤ ਕਰਾਉਣ ਲਈ ਕਿ ਅਸੀਂ ਵੀ ਸਮਾਜ ਸੇਵਾ ਕਰ ਸਕਦੇ ਹਾਂ ਸੱਚੇ ਦਿਲੋਂ, ਬਿਨਾਂ ਪੈਸੇ ਖਾਏ ਔਰ ਸੱਚੀ ਸ਼ਰਧਾ ਨਾਲ। ਲੋਕੀ ਨਹੀਂ ਇਹ ਕਰਦੇ। ਹੁਣ ਮੈਂ, ਤੁਸੀਂ ਜਿਹੜੀ ਕੁੜੀ ਦੀ ਗੱਲ ਕਰ ਰਹੇ ਹੋ, ਇੱਕ ਕੁੜੀ ਆਈ ਸੇਵਾ ਕਰਨ, ਦਿੱਲੀ ਤੋਂ ਮਾਡਲ ਸੀ, ਉਹਨੇ ਕੱਪੜੇ ਮਾਡਰਨ ਪਾਏ ਸੀ, ਸਕਰਟ ਪਾਈ ਸੀ, ਤੇ ਨਾਲ ਉਹਨਾਂ ਦੇ ਇੱਕ ਬਾਪੂ ਜੀ ਆਏ ਸੇਵਾ ਕਰਨ। ਉਹ ਕਹਿੰਦੇ ਉਹਦੇ ਕੱਪੜਿਆਂ ਵੱਲ ਦੇਖ। ਮੈਂ ਕਿਹਾ ਬਾਪੂ ਜੀ, ਉਹਦੀ 20,000 ਸੇਵਾ, ਉਹਦੇ ਨਾਲ 4 ਜਵਾਕ ਬਚਦੇ ਨੇ, ਤੇ ਤੁਹਾਡੀ 10,000 ਸੇਵਾ। ਮਤਲਬ ਮੈਂ ਸੇਵਾ ਨਹੀਂ ਗੱਲ ਕਰ ਰਿਹਾ, ਮਤਲਬ ਮੈਂ ਗੱਲ ਕਰ ਰਿਹਾ ਕਿ ਇੱਕ ਚੰਗਾ ਦਿਖਣ ਵਾਲਾ ਕੱਪੜੇ ਮੁੰਡਾ ਜਾਂ ਕੁੜੀ, ਜ਼ਰੂਰੀ ਨਹੀਂ ਕਿ ਉਹਦੀ ਤੁਸੀਂ ਉਹਨੂੰ ਜੱਜ ਕਰੋ, ਹੋ ਸਕਦਾ ਅੰਦਰੋਂ ਉਹਦੇ ਭਾਵਨਾ ਹੋਵੇ, ਪਰ ਸਾਡਾ ਸਮਾਜ ਜੱਜ ਕਰਦਾ ਆਂਦਾ। ਬਟ ਹੁੰਦਾ ਨਾ ਕਿ ਮੁੰਡੇ ਜੇ ਅਗਰ ਉਹਨੇ ਕਟੀਆਂ ਫਟੀਆਂ ਟੀ-ਸ਼ਰਟ ਪਾਈਆਂ, ਪੈਂਟਾਂ ਪਾਈਆਂ, ਇਹ ਫੁਕਰਾ ਹੁੰਦਾ, ਇਹ ਕੁੜੀ ਨੇ ਛੋਟੇ ਕੱਪੜੇ ਪਾਇਆ, ਇਹ ਕੁੜੀ ਕੈਰੈਕਟਰ ਵਾਈਜ਼ ਠੀਕ ਨਹੀਂ ਹੈ। ਤੇ ਇਹ ਮੈਂਟੈਲਿਟੀ ਨੂੰ ਤੁਹਾਨੂੰ ਕੀ ਲੱਗਦਾ ਕਿਸ ਤਰੀਕੇ ਨਾਲ ਚੇਂਜ ਹੋ ਸਕਦੀ ਹੈ? ਇਸੇ ਤਰੀਕੇ ਨਾਲ। ਹੁਣ 8 ਸਾਲ ਹੋ ਗਏ ਸਾਨੂੰ, ਤਾਂ 8 ਸਾਲ ਪਹਿਲਾਂ ਤੁਸੀਂ ਮੇਰੇ ਕਮੈਂਟਸ ਚੈੱਕ ਕਰ ਲਓ, ਇਹ ਤਾਂ ਜੀ 4 ਦਿਨ ਨਹੀਂ ਚੱਲੇਗਾ, ਇਹਦਾ ਜੀ ਫੁਕਰਾ ਹੈ, ਤਾਂ ਫਿਲਮਾਂ 'ਚ ਜਾਏਗਾ, ਤਾਂ ਗਾਣਿਆਂ 'ਚ ਜਾਏਗਾ, ਫਿਰ 8 ਸਾਲ ਬਾਅਦ ਇੱਥੇ ਖੜਾ। ਤੇ ਹੁਣ ਕਿੰਨਾ ਕਿ ਜਿਹੜੇ ਲੋਕੀ ਕਮੈਂਟ ਹਜੇ ਕਰਦੇ ਨੇ ਕਿ ਥੋੜਾ ਬਹੁਤਾ ਫਰਕ ਪੈ ਗਿਆ ਤੁਹਾਨੂੰ ਲੱਗਦਾ? ਹੁਣ ਮੈਂ ਦੱਸੋ, ਹੁਣ ਇਸ ਤੋਂ ਵੱਧ ਮੈਂ ਕੀ ਕਹਿ ਸਕਦਾ? ਹੁਣ ਮੈਂ ਸੀਨਾ ਚੀਰ ਕੇ ਦਿਖਾ ਨਹੀਂ ਸਕਦਾ, ਟਾਈਮ ਦੱਸੇਗਾ। ਹੁਣ ਮੈਂ ਤੁਹਾਨੂੰ ਕਹਿਦਾ ਜੀ ਤੁਸੀਂ ਤਾਂ ਐਂ ਕਰ ਰਹੇ ਹੋ, ਤੁਹਾਡੇ ਕੋਲ ਸਾਬਤ ਕਰਨ ਲਈ ਕੀ ਹੈ? ਹੁਣ ਤੁਸੀਂ ਇੱਥੇ ਆਏ ਹੋ ਕਿਸੇ ਦੀ ਹੈਲਪ ਕਰਨ, ਤੇ ਮੈਂ ਤੁਹਾਨੂੰ ਕਹਾਂ ਨਹੀਂ ਤੁਹਾਡਾ ਕੋਈ ਮਤਲਬ ਹੈ, ਤੁਸੀਂ ਕੋਈ ਦੱਸ ਕੀ ਮਤਲਬ ਹੈ? ਮੈਂ ਕਿਹਾ ਮੈਨੂੰ ਨਹੀਂ ਪਤਾ, ਪਰ ਕੋਈ ਮਤਲਬ ਹੈ, ਮੇਰੇ ਕੋਲ ਫੜਿਆ ਨਹੀਂ ਜਾ ਰਿਹਾ, ਤੁਸੀਂ ਕੀ ਕਹੋਗੇ? ਠੀਕ ਹੈ ਭਰਾ, ਰੱਬ ਤੇ ਛੱਡ ਦੇ। ਫਿਰ ਜੇ ਸਾਡੇ ਵੀ ਮਕਸਦ ਨੇ ਇਹਨਾਂ ਚੀਜ਼ਾਂ ਪਿੱਛੇ, ਅਸੀਂ ਕਿਸੇ ਲਾਲਚ ਨਾਲ ਲੱਗੇ ਆ, ਫਿਰ ਰੱਬ ਤੇ ਛੱਡ ਦੋ ਨਾ। ਫਿਰ ਤੁਸੀਂ ਕਿਉਂ ਬੋਝ ਪਾਇਆ? ਫਿਰ ਰੱਬ ਤੇ ਛੱਡਣੀ ਚਾਹੀਦੀ ਹੈ, ਫਿਰ ਉਹ ਤਸੱਲੀ ਨਾਲ ਸਾਡੇ ਕੋਲ ਹਿਸਾਬ ਕਿਤਾਬ ਲਏਗਾ। ਪਰ 8 ਸਾਲਾਂ ਬਾਅਦ ਵੀ ਮੈਨੂੰ ਲੱਗਦਾ ਕਿ ਇਹ ਬੋਲਣਾ ਪੈ ਰਿਹਾ ਕਿ ਸੱਚੇ ਦਿਲੋਂ ਚੱਲੇ ਹਾਂ। 8 ਸਾਲ 'ਚ 365 ਦਿਨ ਹੁੰਦੇ ਨੇ, ਇੱਕ ਸਾਲ 'ਚ ਤਕਰੀਬਨ 2700-2800 ਦਿਨ ਹੋ ਗਏ। ਲੋਕਾਂ ਕੋਲ ਤਾਂ ਇੰਨੀ ਰੈਗੂਲਰਲੀ ਨਾ ਕਿਤੇ ਆਪਣੇ ਮਾਂ-ਬਾਪ ਨੂੰ ਵੀ ਮਿਲਣ ਦੀ ਜਿੱਦ ਕਰਨ, ਉਹ ਵੀ ਨਹੀਂ ਮਿਲਿਆ ਜਾਂਦਾ। ਸਾਡੀ ਟੀਮ 8 ਸਾਲਾਂ ਤੋਂ ਰੋਜ਼ ਆ ਰਹੀ ਹੈ, ਇਹ ਵੀ ਚਲੋ ਗੁਰੂ ਸਾਹਿਬ ਦੀ ਕਿਰਪਾ ਹੈ,
ਸਾਡੀ ਸਿਹਤ ਉਹਨੇ ਚੰਗੀ ਰੱਖੀ ਹੋਈ ਕਿ ਅਸੀਂ ਚੱਲ ਰਹੇ ਹਾਂ 8 ਸਾਲ ਰੋਜ਼ ਦੀਵਾਲੀਆਂ 8 ਨਿਕਲ ਗਈਆਂ ਸਾਡੀਆਂ 8 ਨਵੇਂ ਸਾਲ ਨਿਕਲ ਗਏ ਇੱਥੇ ਲੋਕੇਸ਼ਨ ਤੇ ਤਾਂ ਮੈਨੂੰ ਪ੍ਰਮਾਤਮਾ ਦਾ ਸ਼ੁਕਰ ਹੈ ਜੀ ਅਸੀਂ ਚੱਲੇ ਹੋਏ ਹਾਂ। ਅੱਛਾ ਕਹਿੰਦੇ ਹੁੰਦੇ ਨਾ ਕਿ ਜਦੋਂ ਆਪਾਂ ਚੰਗਾ ਕੰਮ ਕਰਦੇ ਨਾ ਔਂਕੜਾਂ ਬਹੁਤ ਆਉਂਦੀਆਂ ਨੇ ਹੈਨਾ ਤੇ ਨਾਲ ਦੀ ਨਾਲ ਜਦੋਂ ਬੰਦਾ ਫੇਮਸ ਹੁੰਦਾ ਤੇ ਲੱਤਾਂ ਖਿੱਚਣ ਵਾਲੇ ਵੀ ਬਹੁਤ ਹੁੰਦੇ ਨੇ ਤੇ ਇਦਾਂ ਦਾ ਕਿੰਨਾ ਕਿ ਹੋਇਆ ਤੁਹਾਡੇ ਨਾਲ ਕਿਉਂਕਿ 8 ਸਾਲ ਥੋੜੇ ਨਹੀਂ ਹੁੰਦੇ ਬਹੁਤ 8 ਸਾਲ ਦਾ ਗੈਪ ਹੁੰਦਾ ਆ ਤੇ ਕਿੱਦਾਂ ਤੁਸੀਂ ਮੈਨੇਜ ਕਰ ਰਹੇ ਹੋ ਤਾਂ ਅੱਗੇ ਦਾ ਕੀ ਸੋਚਿਆ ਕਿ ਕਿਸ ਤਰੀਕੇ ਨਾਲ ਕਰਨਾ? ਦੇਖੋ ਮੈਮ ਇਹ ਤਾਂ ਚੀਜ਼ਾਂ ਰੋਜ਼ ਹੁੰਦੀਆਂ 8 ਸਾਲ ਚ ਵੀ ਹੋਈਆਂ ਅਗਲੇ ਵੀ ਜਿੰਨੇ ਕਿ ਸਾਲ ਪ੍ਰਮਾਤਮਾ ਨੇ ਲਿਖੇ ਨੇ ਮੇਰੇ ਸਾਹ ਦੇ ਉਹ ਚ ਵੀ ਹੋਣੀਆਂ ਮੈਂ ਉਹਦੇ ਲਈ ਰੈਡੀ ਹਾਂ। ਪਹਿਲਾਂ ਮੇਰਾ ਕਿਤੇ ਨਾ ਕਿਤੇ ਮਨ ਕਰਦਾ ਸੀਗਾ ਕਿ ਮੈਂ ਜਿਹੜੇ ਮੇਰੇ ਖਿਲਾਫ ਨੇ ਜਾਂ ਜਿਹੜੇ ਮੈਨੂੰ ਨਹੀਂ ਵਧੀਆ ਸਮਝਦੇ ਮੈਂ ਉਹਨਾਂ ਨੂੰ ਜਿੱਤਾਂ। ਹੁਣ ਮੈਂ ਜਿੱਤਣ ਵਾਲੀ ਦੌੜ ਛੱਡ ਚੁੱਕਾ। ਮੈਂ ਹੁਣ ਕਿਸੇ ਨੂੰ ਜਿੱਤਣ ਵੱਲ ਨਹੀਂ ਤੁਰਦਾ। ਜੇ ਕੋਈ ਮੇਰੇ ਤੋਂ ਨਾਰਾਜ਼ ਵੀ ਰਹਿੰਦਾ ਥੋੜਾ ਬਹੁਤਾ ਮੈਂ ਕਹਿੰਦਾ ਯਾਰ ਠੀਕ ਹੈ ਯਾਰ। ਜੇ ਕੋਈ ਮੈਨੂੰ ਨਹੀਂ ਵੀ ਪਸੰਦ ਕਰਦਾ ਮੈਂ ਕਹਿੰਦਾ ਠੀਕ ਹੈ ਯਾਰ ਉਹਦੀ ਚੋਇਸ ਹੈ। ਹੁਣ ਮੈਂ ਜਿਹੜਾ ਮੈਨੂੰ ਨਹੀਂ ਪਸੰਦ ਕਰਦਾ ਮੈਂ ਉਹਦੇ ਤੇ ਜ਼ੋਰ ਲਾਵਾਂ ਜਾਂ ਜਿਹੜੇ ਆਲਰੇਡੀ ਮੈਨੂੰ ਪਿਆਰ ਕਰਦੇ ਨੇ ਮੈਂ ਉਹਨਾਂ ਤੇ ਜ਼ੋਰ ਲਾਵਾਂ। ਤਾਂ ਪਿਆਰ ਕਰਨ ਵਾਲੇ ਹੋ ਚੁੱਕੇ ਨੇ ਬਹੁਤ ਜ਼ਿਆਦਾ। ਤਾਂ ਜਿਹੜੇ 2 4 5 ਨਹੀਂ ਮੇਰੇ ਨਾਲ ਸਹਿਮਤ ਗੱਲਾਂ ਨਾਲ ਉਹ ਮੈਨੂੰ ਨਾ ਦੇਖਣ। ਅੱਛਾ 8 ਸਾਲ ਪਹਿਲਾਂ ਫੀਡਬੈਕ ਇਹੋ ਜਿਹੇ ਆਉਂਦੇ ਸੀ ਤੇ 8 ਸਾਲ ਬਾਅਦ ਫੀਡਬੈਕ ਇਹੋ ਜਿਹੇ ਨੇ? 8 ਸਾਲ ਪਹਿਲਾਂ ਲੋਕ ਡਾਊਟ ਕਰਦੇ ਸੀ ਕਿ ਜ਼ਿਆਦਾ ਦੇਰ ਮੈਦਾਨ 'ਚ ਨਹੀਂ ਚੱਲੇਗਾ, ਥੋੜੇ ਦਿਨ ਚੱਲੇਗਾ, ਥੋੜੇ ਸਾਲ ਚੱਲੇਗਾ। ਪਰ ਗੁਰਸਾਹਿਬ ਦੀ ਕਿਰਪਾ ਹੋਈ ਉਹਨਾਂ ਨੇ ਮੈਨੂੰ ਹੁਣ ਤੱਕ ਚਲਾਇਆ ਤੇ ਅੱਗੇ ਵੀ ਪ੍ਰਮਾਤਮਾ ਚਲਾਏਗਾ। ਲੋਕਾਂ ਦਾ ਡਾਊਟ ਕਲੀਅਰ ਹੋਏ। ਤੇ ਅਗਰ ਗੱਲ ਕਰੀਏ ਲੋਕਾਂ ਦੀ ਹੈਨਾ ਜਦੋਂ ਲੋਕਾਂ ਦੇ ਵਿੱਚ ਵਿਚਰਦੇ ਹੋ ਤੇ ਲੋਕਾਂ ਦਾ ਕੀ ਕਹਿਣਾ ਹੈ ਸਿਸਟਮ ਦੇ ਬਾਰੇ ਕਿਉਂਕਿ ਤੁਹਾਨੂੰ ਵੀ ਸਿਸਟਮ ਦਾ ਪਤਾ ਹੈ ਤੇ ਮੈਨੂੰ ਵੀ ਸਿਸਟਮ ਦਾ ਪਤਾ ਹੈ ਹੈਨਾ ਤੇ ਕੁਝ ਏਦਾਂ ਦੇ ਜਿਹੜੇ ਫੀਡਬੈਕਸ ਨੇ ਜਾਂ ਲੋਕਾਂ ਦੇ ਕਮੈਂਟਸ ਨੇ ਉਹ ਤੁਹਾਨੂੰ ਯਾਦ ਹੋਣ ਤੇ ਸਾਡੇ ਨਾਲ ਤੁਸੀਂ ਸ਼ੇਅਰ ਕਰਨਾ ਚਾਹੋ? ਦੇਖੋ 2 ਤਰ੍ਹਾਂ ਦੀ ਜ਼ਿੰਦਗੀ ਹੈ ਮੈਮ। ਇੱਕ ਹੁੰਦੀ ਕੈਮਰਾ ਔਨ ਲਾਈਫ, ਇੱਕ ਹੁੰਦੀ ਕੈਮਰਾ ਆਫ ਲਾਈਫ। ਬਿਲਕੁਲ 2 ਤਰ੍ਹਾਂ ਦੀ ਹੈ ਨਾ। ਇੱਕ ਹੁੰਦੀ ਸੋਸ਼ਲ ਮੀਡੀਆ ਤੇ ਲਾਈਫ, ਇੱਕ ਹੁੰਦੀ ਹਕੀਕਤ। ਇਹ ਹੈ ਹਕੀਕਤ। ਜਿਹੜੀ ਸੋਸ਼ਲ ਮੀਡੀਆ ਤੇ ਬਹਿ ਕੇ ਆਪਾਂ ਤੁਹਾਨੂੰ ਇੰਟਰਵਿਊ ਕਰਦੇ ਉਹ ਹੁੰਦੀ ਇੱਕ ਸਿਰਫ ਲੋਕਾਂ ਨੂੰ ਦਿਖਾਉਣ ਨੂੰ ਕਿ ਦੇਖੋ ਜੀ ਇੰਨੇ ਮੁਹੱਲਾ ਕਲੀਨਿਕ ਖੁੱਲ ਗਏ, ਇੰਨਾ ਕੁਝ ਹੋ ਗਿਆ। ਪਰ ਤੁਸੀਂ ਗਰਾਊਂਡ ਤੇ ਜਾ ਕੇ ਦੇਖੋ ਕਿ ਉਹਨਾਂ ਦਾ ਫਾਇਦਾ ਕੀ ਹੋ ਰਿਹਾ। ਜੇ ਮੈਂ ਕੁਝ ਬੋਲੂੰਗਾ ਤਾਂ ਮੈਂ ਸਰਕਾਰ ਵਿਰੋਧੀ ਲੱਗੂੰਗਾ ਬਟ ਮੈਂ ਸਰਕਾਰ ਵਿਰੋਧੀ ਨਹੀਂ ਹੈਗਾ। ਮੈਂ ਤਾਂ 2 ਸਾਲ ਪਹਿਲਾਂ ਦੂਜੀ ਸਰਕਾਰ ਸੀ ਉਹਦੇ ਖਿਲਾਫ ਵੀ ਬੋਲਦਾ ਸੀ, ਉਸ ਤੋਂ ਪਹਿਲਾਂ ਦੂਜੀ ਸਰਕਾਰ ਸੀ ਉਹਦੇ ਖਿਲਾਫ ਵੀ ਬੋਲਦਾ ਸੀ। ਸਰਕਾਰ ਦੇ ਖਿਲਾਫ ਨਹੀਂ, ਐਕਚੁਅਲੀ ਮੈਂ ਸਿਸਟਮ ਦੇ ਖਿਲਾਫ ਆ। ਹੁਣ ਅੱਜ ਜੇ ਕੋਈ ਬੰਦਾ ਇੱਥੋਂ ਅੰਮ੍ਰਿਤਸਰ ਤੋਂ ਸਾਡੇ ਕੋਲ ਹੈਲਪ ਲੈਣ ਆ ਗਿਆ ਇੱਥੇ ਜਾਂ ਕੋਈ ਵਿਚਾਰਾ ਮਰ ਰਿਹਾ, ਇਹ ਮੈਂ ਘਰੋਂ ਤਾਂ ਨਹੀਂ ਲੈ ਕੇ ਆਇਆ। ਵਿਚਾਰੇ ਪੀੜਤ ਨੇ, ਦੁਖੀ ਨੇ ਤਾਂ ਹੀ ਆਏ ਨੇ। ਔਰ ਜੇ ਦੁਖੀ ਨੇ, ਪੀੜਤ ਨੇ, ਫਿਰ ਸਿਸਟਮ ਫੇਲਿਅਰ ਦੀ ਨਿਸ਼ਾਨੀ ਹੈ ਨਾ। ਜੇ ਸਿਸਟਮ ਚੱਜਦਾ ਹੁੰਦਾ, ਸਾਡੇ ਗਵਰਨਮੈਂਟ ਹਸਪੀਟਲ ਚੱਜਦੇ ਹੁੰਦੇ ਤਾਂ ਮੈਨੂੰ ਕੀ ਲੋੜ ਪਈ ਇਹਨਾਂ ਦਾ ਇਲਾਜ ਪ੍ਰਾਈਵੇਟ ਚੋਂ ਕਰਾਉਣ ਦੀ। ਇਹੀ ਤੁਹਾਨੂੰ ਮੈਂ ਸਟਾਰਟਿੰਗ ਤੋਂ ਸਵਾਲ ਪੁੱਛਿਆ ਸੀ ਤਾਂ ਇਹਦਾ ਆਨਸਰ ਤੁਸੀਂ ਹੁਣ ਥੋੜਾ ਠੀਕ ਦੇਣਾ ਸ਼ੁਰੂ ਕੀਤਾ ਕਿ ਸਿਸਟਮ ਨੂੰ ਤੁਸੀਂ ਕਿਸ ਤਰੀਕੇ ਨਾਲ ਚਾਹੁੰਦੇ ਹੋ ਕਿ ਠੀਕ ਕਰਨਾ ਹੈ। ਕਿਉਂਕਿ ਇੱਕ ਐਨਜੀਓ ਜਾਂ ਇੱਕ ਬੰਦਾ ਨਹੀਂ ਠੀਕ ਕਰ ਸਕਦਾ। ਬਹੁਤ ਜਿਹੜੀ ਹੈ ਸਿਸਟਮ ਬਹੁਤ ਵੱਡਾ ਹੈ ਤੇ ਉਹਨੂੰ ਕਿਸ ਤਰੀਕੇ ਦੇ ਨਾਲ ਤੁਸੀਂ ਚਾਹੁੰਦੇ ਹੋ ਕਿ ਠੀਕ ਕਰਨਾ ਹੈ? ਸਿਸਟਮ ਠੀਕ ਹੋਏਗਾ ਜੀ ਦੇਖੋ ਜਦੋਂ ਲੋਕ ਜਵਾਬ ਮੰਗਣਾ ਸ਼ੁਰੂ ਕਰਨਗੇ ਲੋਕਾਂ ਕੋਲ। ਜਿਵੇਂ ਹੁਣ ਕੋਈ ਮਰੀਜ਼ ਸਾਡੇ ਕੋਲ ਆਂਦਾ ਉਹਨੂੰ ਸਭ ਤੋਂ ਪਹਿਲਾਂ ਆਪਣੇ ਏਰੀਆ ਦੇ ਕਾਉਂਸਲਰ ਕੋਲ ਜਾਣਾ ਚਾਹੀਦਾ, ਫਿਰ ਐਮਐਲਏ ਕੋਲ ਜਾਣਾ ਚਾਹੀਦਾ, ਫਿਰ ਐਮਪੀ ਕੋਲ ਜਾਣਾ ਚਾਹੀਦਾ। ਸਾਡੇ ਤਾਂ ਐਮਪੀ ਵੀ 5 ਸਾਲਾਂ ਬਾਅਦ ਨਜ਼ਰ ਆਉਂਦੇ ਨੇ ਪਰ ਲੋਕਾਂ ਕੋਲ ਇਹਨਾਂ ਦਮ ਹੀ ਹੈ ਨਹੀਂ ਉਹਨਾਂ ਕੋਲ ਸਵਾਲ ਪੁੱਛਣ ਦਾ। ਲੋਕਾਂ ਨੇ ਇੰਨੀਆਂ ਚਾਪਲੂਸੀਆਂ ਤੇ ਚਮਚਾਗਿਰੀਆਂ ਕੀਤੀਆਂ ਹੋਈਆਂ ਕਿ ਉਹਨਾਂ ਕੋਲ ਇੰਨੀ ਪਾਵਰ ਹੀ ਹੈ ਨਹੀਂ ਕਿ ਉਹ ਸਵਾਲ ਪੁੱਛ ਸਕਣ ਕਿ ਭਾਈ ਤੇ ਤੈਨੂੰ ਵੋਟਾਂ ਪਾਈਆਂ ਤੂੰ ਘੱਟੋ ਘੱਟ ਇੱਕ ਆਫਿਸ ਖੋਲ ਕੇ ਲੋਕਾਂ ਨੂੰ ਮਿਲਤਾ ਸੀ। ਪਰ ਉਹ ਗੱਲ ਉਹੀ ਹੈ ਨਾ, ਲੋਕ ਡਰਦੇ ਨੇ ਕਿ ਹਾਏ ਪਤਾ ਨਹੀਂ ਕਿਹੜਾ ਤੀਰ ਮਾਰ ਦੂਗਾ ਉਹ ਸਾਡੇ ਤੇ। ਪਰ ਲੋਕਾਂ ਨੂੰ ਸਵਾਲ ਪੁੱਛਣਾ ਚਾਹੀਦਾ ਕਿਉਂਕਿ ਜਦੋਂ ਵੋਟਾਂ ਪਾਈਆਂ ਨਾਲ ਸਿਸਟਮ ਹੱਥ ਦੇ ਵਿੱਚ ਫੜਾਇਆ ਤਾਂ ਸਵਾਲ ਪੁੱਛੋ, ਉਹਨਾਂ ਕੋਲ ਜਾਓ ਜਦੋਂ ਲੋੜ ਹੈ। ਬਿਲਕੁਲ। ਐਕਚੁਅਲੀ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਹਾਂ ਕਿ ਮੈਂ ਖੁਦ ਤੁਹਾਡੀ ਬਹੁਤ ਵੱਡੀ ਫੈਨ ਆ ਸੀਰੀਅਸਲੀ। ਤੇ ਮੈਂ ਅਗਰ ਐਜ਼ ਅ ਨਾਰਮਲ ਗੱਲ ਕਰਾਂ ਤੁਹਾਡੇ ਨਾਲ ਇੱਕ ਆਮ ਜਿਹਾ ਇਨਸਾਨ ਬਣ ਕੇ ਤਾਂ ਮੈਂ ਚਾਹੂੰਗੀ ਕਿ ਅਨਮੋਲ ਕੁਆਤਰਾ ਨੂੰ ਅਗਰ ਮੈਂ ਪਰਸਨਲੀ ਜਾਣਨਾ ਹੋਵੇ ਤਾਂ ਮੈਨੂੰ ਕਿੱਦਾਂ ਜਾਣੂਗੀ ਕਿਉਂਕਿ ਅਸੀਂ ਦੇਖਦੇ ਹਾਂ ਕਿ ਹਾਂ ਵੀ ਪਰਸਨਲੀ ਤਾਂ ਦੇਖੋ ਜੀ ਹੁਣ ਕੋਈ ਵੀ ਬੰਦਾ ਨਾ ਜਿਵੇਂ ਤੁਸੀਂ ਮੇਰੇ ਫੈਨ ਹੋ ਚਲੋ ਬਹੁਤ ਧੰਨਵਾਦ ਪਰ ਅਸਲ ਫੈਨ ਤੁਸੀਂ ਉਦੋਂ ਬਣੋਗੇ ਜਦੋਂ ਤੁਸੀਂ 10 ਕੁ ਦਿਨ ਇੱਥੇ ਸਾਡੇ ਨਾਲ ਬੈਠੋਗੇ ਕਿ ਮੈਂ ਅਨਮੋਲ ਨੂੰ ਜਾਣਨਾ ਤਾਂ ਸੀ ਕਿ ਇਹਦਾ ਅਸਲੀ ਚਿਹਰਾ ਕਿਹੜਾ ਹੈ। ਹੁਣ ਆਪਾਂ ਦੋਨੋਂ ਗੱਲ ਕਰ ਰਹੇ ਕੈਮਰੇ ਅੱਗੇ ਨਾ, ਮੈਂ ਵੀ ਵਧੀਆ ਬਣੀ ਜਾਊਂਗਾ ਤੁਸੀਂ ਵੀ ਵਧੀਆ ਬਣੀ ਜਾਓਗੇ, ਆਪਾਂ ਦੋਨੋਂ ਵਧੀਆ ਬਣੀ ਜਾਵਾਂਗੇ ਪਰ ਐਕਚੁਅਲ ਚ ਇੱਕ ਦੂਜੇ ਦਾ ਉਦੋਂ ਪਤਾ ਲੱਗੂਗਾ ਜਦੋਂ ਪਰਖਾਂਗੇ। ਬਿਲਕੁਲ। ਤਾਂ ਮੈਨੂੰ ਲੱਗਦਾ ਕਿ ਜਿੰਨੇ ਅਸਲ ਚ ਕਿਸੇ ਨੂੰ ਜਾਣਨਾ ਹੁੰਦਾ ਡੂੰਘਾਈ ਤੱਕ ਉਹ ਇੱਥੇ ਬਹਿ ਕੇ ਸਾਡੇ ਨਾਲ ਐਨਜੀਓ ਨਾਲ 10 ਕੁ ਦਿਨ ਕੰਮ ਕਰਕੇ ਫਿਰ ਕੋਈ ਸਟੇਟਮੈਂਟ ਦੇਵੇ ਕਿ ਇਹ ਕੀ ਚੀਜ਼ ਹੈ। ਇਹ ਹੀ ਨਹੀਂ ਕਿ ਸੋਸ਼ਲ ਮੀਡੀਆ ਤੇ ਫੈਨ ਬਣ ਗਏ ਤੇ ਉੱਥੇ ਹੀ ਲਾਈਕ ਕਮੈਂਟ ਤੇ ਚੱਕ ਦੋ ਫੱਟੇ, ਉਹਦਾ ਕੋਈ ਫਾਇਦਾ ਨਹੀਂ ਕਿਉਂਕਿ ਉਹਦੇ ਚ ਤੁਸੀਂ ਵੀ ਡਾਊਟ ਚ ਰਹਿੰਦੇ ਹੋ ਕਿ ਯਾਰ ਅਸੀਂ ਤਾਂ ਸੋਸ਼ਲ ਮੀਡੀਆ ਤੇ ਦੇਖਿਆ ਵੀ ਜਿਵੇਂ ਪਿੱਛੇ ਕੋਈ ਕੰਟਰੋਵਰਸੀ ਚੱਲ ਪੈਂਦੀ ਹੈ ਕੁਛ ਨਾ ਕੁਛ ਬਹੁਤ। ਮੈਂ ਕਹਿ ਰਹੀ ਹਾਂ ਪਹਿਲੇ ਦਿਨ ਤੋਂ ਤੁਹਾਡੇ ਨਾਲ ਕੰਟਰੋਵਰਸੀਜ਼ ਜੁੜੀਆਂ ਹੋਈਆਂ ਨੇ, ਜੁੜੀ ਰਹੇਗੀ ਮੈਨੂੰ ਲੱਗਦਾ ਲਾਈਫ ਟਾਈਮ। ਮੈਂ ਚਾਹੁੰਦਾ ਵੀ ਨਹੀਂ ਕਿ ਕਦੀ ਉਹ ਨਾ ਜੁੜਨ ਕਿਉਂਕਿ ਹੋ ਸਕਦਾ ਕਿ ਉਹ ਕੰਟਰੋਵਰਸੀਆਂ ਜਦੋਂ ਮੇਰੇ ਤੇ ਪੈਂਦੀਆਂ ਤਾਂ ਰੱਬ ਮੇਰਾ ਇਮਤਿਹਾਨ ਲੈਂਦਾ ਕਿ ਦੇਖਾਂ ਕਿ ਇਹਨੂੰ ਕੱਲੀ ਸ਼ਾਬਾਸ਼ੀ ਸੁਣਨ ਦਾ ਹੀ ਸ਼ੌਂਕ ਹੈ ਕਿ
ਇਹ ਥੋੜੀ ਜੀ ਹੇਟ ਵੀ ਸੁਣ ਸਕਦਾ ਤਾਂ ਮੈਨੂੰ ਠੀਕ ਹੈ ਸਾਰੇ ਪਰਮਾਤਮਾ ਦੇ ਬੱਚੇ ਨੇ ਕੋਈ ਗਾਲ ਕੱਢਦਾ ਤਾਂ ਵੀ ਧੰਨਵਾਦ ਕੋਈ ਪਿਆਰ ਕਰਦਾ ਤਾਂ ਵੀ ਧੰਨਵਾਦ ਯੂਥ ਆਈਕਨ ਹੋ ਤੁਸੀਂ ਹੈ ਨਾ ਪੰਜਾਬ ਦੇ ਇੰਟਰਨੈਸ਼ਨਲੀ ਵੀ ਤੁਹਾਨੂੰ ਕਹਿ ਸਕਦੇ ਕਿ ਹਾਂ ਵੀ ਅਨਮੋਲ ਕੁਆਤਰਾ ਯੂਥ ਆਈਕਨ ਹੈ ਤੇ ਲੇਕਿਨ ਸਾਡੇ ਜਿਹੜੀ ਨੌਜਵਾਨ ਪੀੜ੍ਹੀ ਆ ਮੈਂ ਥੋੜਾ ਜਿਹਾ ਟਰੈਕ ਚੇਂਜ ਕਰ ਰਹੀ ਹਾਂ ਲੇਕਿਨ ਬੈਕ ਟਰੈਕ ਤੇ ਹੀ ਆਵਾਂਗੇ ਕਿ ਜਿਹੜੀ ਪੰਜਾਬ ਦੀ ਨੌਜਵਾਨ ਪੀੜ੍ਹੀ ਹੈ ਨਾ ਉਹ ਨਸ਼ਿਆਂ ਦੇ ਵੱਲ ਜਾ ਰਹੀ ਹੈ ਸਿਰਫ ਮੁੰਡਿਆਂ ਦੀ ਗੱਲ ਨਹੀਂ ਹੋ ਰਹੀ ਗੱਲ ਕੁੜੀਆਂ ਦੀ ਵੀ ਹੋ ਰਹੀ ਹੈ ਤੁਸੀਂ ਦੇਖਿਆ ਹੋਵੇਗਾ ਲੁਧਿਆਣੇ ਦੀਆਂ ਵੀਡੀਓ ਕਾਫੀ ਵਾਇਰਲ ਹੁੰਦੀਆਂ ਰਹਿੰਦੀਆਂ ਨੇ ਤੇ ਉਹਨਾਂ ਨੂੰ ਤੁਸੀਂ ਕਿਸ ਤਰੀਕੇ ਨਾਲ ਇਸ ਮੁੱਦੇ ਨੂੰ ਦੇਖਦੇ ਹੋ ਹਾਂ ਵੀ ਤੁਹਾਨੂੰ ਕਿੱਦਾਂ ਕਰਨਾ ਚਾਹੀਦਾ ਹੁਣੇ ਵੀ ਦਿਖਾ ਦੇਣੇ ਸੀਗੇ ਕੇਸ ਇਦਾਂ ਦੇ ਜਿਹੜੇ ਨਸ਼ੇ ਵਾਲੇ ਆਏ ਹੋਏ ਨੇ ਦੇਖੋ ਜਿਹੜਾ ਨਸ਼ਾ ਹੈ ਨਾ ਮੈਮ ਜੇ ਮੈਂ ਦਿਲੋਂ ਗੱਲ ਕਵਾਂ ਨਸ਼ਾ ਪੰਜਾਬ 'ਚ ਮੁਕਾਉਣਾ ਬੜਾ ਔਖਾ ਹੈ ਸਰਕਾਰ ਵੱਲੋਂ ਕਿਉਂਕਿ ਜਿਹੜੀ ਚੀਜ਼ ਦੀ ਡਿਮਾਂਡ ਹੋਵੇ ਨਾ ਉਹਨੂੰ ਖਤਮ ਕਰਨਾ ਬੜਾ ਮੁਸ਼ਕਲ ਹੈ ਕਿਉਂਕਿ ਲੋਕ ਜਦੋਂ ਪੈਸੇ ਦੀ ਗੱਲ ਆਉਂਦੀ ਨਾ ਹੁਣ ਚਿੱਟੇ ਦੀ ਪੂੜੀ ਛੋਟੀ ਜਿਹੀ 1000 ਰੁਪਏ ਦੀ ਵਿਕਦੀ ਹੈ ਹੁਣ ਉਹਨੂੰ ਵੇਚਣ ਲਈ ਉਹਦੇ ਤੋਂ ਪੈਸੇ ਕਮਾਉਣ ਲਈ ਲੋਕ ਕਿਸੇ ਹੱਦ ਤੱਕ ਵੀ ਜਾਂਦੇ ਨੇ ਪੈਸੇ ਕਮਾਉਣ ਲਈ ਹੁਣ ਜੇ ਕਿਸੇ ਨੂੰ ਪਤਾ ਲੱਗ ਜਾਵੇ ਕਿ ਚਿੱਟਾ ਵੇਚਣ ਦੀ ਸਿੱਧੀ ਮੌਤ ਦੀ ਸਜ਼ਾ ਲੋਕ ਫਿਰ ਵੀ ਰਿਸਕ ਲੈਣਗੇ ਚੱਕਣ ਲਈ ਕਿਉਂਕਿ ਉਹਨਾਂ ਨੂੰ ਪੈਸਾ ਚਾਹੀਦਾ ਨਸ਼ਾ ਮਕਾਨ ਦਾ ਪੰਜਾਬ 'ਚ ਇੱਕੋ ਹੀ ਤਰੀਕਾ ਕਿ ਜਿਹੜੇ ਨੌਜਵਾਨ ਨੇ ਨਾ ਉਹਨਾਂ ਨੂੰ ਆਪਣਾ ਧਿਆਨ ਭਟਕ ਕੇ ਜਿਹੜੇ ਉਹਨਾਂ 'ਚ ਸਕਿੱਲ ਨੇ ਉਹਦੇ ਵੱਲ ਧਿਆਨ ਦੇਣਾ ਚਾਹੀਦਾ ਕਿਉਂਕਿ ਜਿਹੜਾ ਨਸ਼ਾ ਹੈ ਨਾ ਬੜੇ ਸਾਲਾਂ ਤੋਂ ਅੱਗੇ ਪਤਾ ਨਹੀਂ ਕਿੰਨੇ ਸਾਲ ਰਹਿਣਾ ਤਾਂ ਜਿਹੜਾ ਨਸ਼ਾ ਕਰਨ ਵਾਲਾ ਬੰਦਾ ਜਿਹੜਾ ਨਸ਼ੇ 'ਚ ਜਾ ਰਿਹਾ ਉਹਨੂੰ ਸੋਚਣਾ ਚਾਹੀਦਾ ਕਿ ਮੈਂ ਆਪਣੇ ਕੈਰੀਅਰ ਵੱਲ ਜਾਂ ਆਪਣੀ ਫੈਮਿਲੀ ਵੱਲ ਆਪਣੇ ਦੇਸ਼ ਵੱਲ ਦੇਸ਼ ਤਾਂ ਚਲੋ ਬੜੀ ਤੀਜੀ ਸਟੇਜ ਤੇ ਆਉਂਦਾ ਪਹਿਲਾਂ ਤਾਂ ਪਰਿਵਾਰ ਨਹੀਂ ਜਿਹੜਾ ਯੂਥ ਹੈ ਨਸ਼ਾ ਵੱਲ ਜਾ ਰਿਹਾ ਤੁਸੀਂ ਕਹਿ ਰਹੇ ਠੀਕ ਹੋ ਕਿ ਨਹੀਂ ਮੁੱਕ ਸਕਦਾ ਲੇਕਿਨ ਯੂਥ ਨੂੰ ਇਦਾਂ ਦੀ ਕਿਹੜੀਆਂ ਚੀਜ਼ਾਂ ਅਟਰੈਕਟ ਕਰਨ ਜਾਂ ਤੁਹਾਡੇ ਵੱਲੋਂ ਕੀ ਹੋਣੇ ਚਾਹੀਦਾ ਇਦਾਂ ਦਾ ਕਿ ਜਿਹੜੇ ਨਸ਼ੇ ਵੱਲੋਂ ਜਾਣ ਹੀ ਨਾ ਮੈਨੂੰ ਸਪੋਰਟਸ ਬਹੁਤ ਵੱਡੀ ਚੀਜ਼ ਲੱਗਦੀ ਹੈ ਜੀ ਇੱਕ ਨਸ਼ੇ ਤੋਂ ਦੂਰ ਰਹਿਣ ਲਈ ਮੈਨੂੰ ਸਪੋਰਟਸ ਵੱਡੀ ਚੀਜ਼ ਲੱਗਦੀ ਹੈ ਕਿ ਜੇ ਕਿਸੇ ਦਾ ਸਪੋਰਟਸ 'ਚ ਇੰਟਰਸਟ ਹੋ ਜਾਂਦਾ ਤਾਂ ਜੇ ਕੋਈ ਮੁੰਡਾ ਕੁੜੀ ਸਪੋਰਟਸ 'ਚ ਆਪਣਾ ਕੈਰੀਅਰ ਬਣਾਉਣ ਦੀ ਸੋਚਦੇ ਨੇ ਜਾਂ ਨਹੀਂ ਵੀ ਸੋਚਦੇ ਵੈਸੇ ਵੀ ਸਪੋਰਟਸ ਜੁਆਇਨ ਕਰਦੇ ਨੇ ਤਾਂ ਉਹਨਾਂ ਦਾ ਧਿਆਨ ਨਹੀਂ ਜਾਂਦਾ ਨਸ਼ੇ ਵੱਲ ਹੁਣ ਸਾਨੂੰ ਨਸ਼ਾ ਹੈਗਾ ਸੇਵਾ ਦਾ ਸਾਨੂੰ ਨਸ਼ਾ ਹੈਗਾ ਜਿਮ ਦਾ ਤਾਂ ਸਾਡੇ ਵੀ ਨਸ਼ੇ ਨੇ ਬਸ ਸਾਡੇ ਲੱਗ ਨੇ ਕਿ ਪੰਜਾਬ 'ਚ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਹੈ ਇੱਕ ਉਪਰਾਲਾ ਹੋ ਸਕਦਾ ਹੈ ਕਿ ਹਾਂ ਵੀ ਸਪੋਰਟਸ ਦੇ ਨੂੰ ਨਾਲ ਯੂਥ ਨੂੰ ਕਨੈਕਟ ਕਰਨ ਦਾ ਇੱਕ ਜ਼ਰੀਆ ਤੁਹਾਨੂੰ ਇਹ ਜ਼ਰੀਆ ਸਹੀ ਲੱਗਦਾ ਹੈ ਦੇਖੋ ਜਿਹੜੇ ਸਪੋਰਟਸ ਮਿਨਿਸਟਰ ਨੇ ਨਾ ਸਾਡੇ ਮਿਸਟਰ ਗੁਰਮੀਤ ਸਿੰਘ ਮੀਥੇਰ ਜੀ ਉਹ ਮੇਰੀ ਜਾਨ ਨੇ ਮਤਲਬ ਆਈ ਲਵ ਦੈਟ ਮੈਨ ਰਾਜਨੀਤੀ ਦੇ ਵਿੱਚ ਮੈਂ ਪਹਿਲੀ ਵਾਰੀ ਕਿਸੇ ਬੰਦੇ ਨੂੰ ਇੰਨੀ ਕੁ ਮੁਹੱਬਤ ਕਰਦਾ ਮਤਲਬ ਉਹ ਹੀਰਾ ਬੰਦਾ ਹਾਂ ਤੁਹਾਡੇ ਮੂੰਹ ਵੀ ਸ਼ਾਇਦ ਅਸੀਂ ਪਹਿਲੇ ਹੀ ਸੁਣਿਆ ਹੋਵੇਗਾ ਮੈਨੂੰ ਲੋਕ ਕਹਿੰਦੇ ਨੇ ਕਿ ਜੇ ਤੇਰੀ ਇੰਨੀ ਆੜੀ ਹੈ ਮੈਨੂੰ ਲੋਕ ਟਿਚਣਾ ਮਾਰਦੇ ਨੇ ਤੇਰਾ ਇੰਨਾ ਹੀ ਖਾਸ ਹੈ ਤੇ ਤੂੰ ਕਿਉਂ ਨਹੀਂ ਦਿਖਾਉਂਦਾ ਨੂੰ ਸਿਸਟਮ ਮੈਂ ਕਿਹਾ ਜਿਸ ਦਿਨ ਉਹਦੇ ਹੱਥ ਪਾਵਰ ਆ ਗਈ ਨਾ ਮੈਂ ਕਿਹਾ ਮੈਂ ਉਹ ਵੀ ਦਿਖਾ ਦੂੰਗਾ ਹੁਣ ਜਿਹੜੇ ਲੀਡਰ ਨੇ ਨਾ ਮੀਤ ਬਾਈ ਵਰਗੇ ਉਹ ਮੇਰਾ ਸਾਥ ਦਿੰਦੇ ਵੀ ਨੇ ਪਰ ਉਸ ਲੈਵਲ ਤੇ ਨਹੀਂ ਦੇ ਪਾਉਂਦੇ ਜਿਸ ਲੈਵਲ ਤੇ ਸਿਸਟਮ ਨੂੰ ਸਾਥ ਚਾਹੀਦਾ ਬਿਕੋਜ਼ ਇੱਕ ਹਰਾਇਕੀ ਹੁੰਦੀ ਆ ਨਾ ਹਰ ਲੈਵਲ ਕਿਉਂਕਿ ਉਹ ਸਪੋਰਟਸ ਦੇ ਵਿੱਚ ਬਹੁਤ ਜ਼ਬਰਦਸਤ ਕੰਮ ਕਰ ਰਹੇ ਨੇ ਬਹੁਤ ਬਾਕਮਾਲ ਕੰਮ ਕਰ ਰਹੇ ਨੇ ਔਰ ਖੇਡਾਂ ਵਤਨ ਪੰਜਾਬ ਦੀਆਂ ਉਹਨਾਂ ਨੇ ਸ਼ੁਰੂਆਤ ਕੀਤੀ ਔਰ ਮੈਨੂੰ ਲੱਗਦਾ ਕਿ ਬੜੀ ਯੂਥ ਨੂੰ ਸਹਾਰਾ ਵੀ ਹੁਣ ਦੇਖੋ ਨਵੀਂ ਸਰਕਾਰ ਆਈ ਹੈ ਔਰ ਜਿਹੜਾ ਉਮੀਦ ਬਾਈ ਕੰਮ ਕਰ ਰਿਹਾ ਹੌਲੀ ਹੌਲੀ ਲੱਗਦਾ ਮੈਨੂੰ ਪੰਜਾਬ ਦੇ ਵਿੱਚ ਸਪੋਰਟਸ ਦੇ ਨਾਲ ਬਹੁਤ ਨਸ਼ਾ ਜਿਹੜਾ ਪੰਜਾਬ ਦੇ ਵਿੱਚ ਬੰਦ ਹੋ ਸਕਦਾ ਅੱਛਾ ਇੱਕ ਗੱਲ ਹੋਰ ਪੁੱਛਣਾ ਚਾਹੂੰਗੀ ਕਿ ਜਿਵੇਂ ਗੱਲ ਕਰੀਏ ਆਪਣੇ ਲੋਕਾਂ ਦੀ ਹੈ ਨਾ ਲੋਕ ਜਿਹੜੇ ਨੇ ਉਹ ਕਈ ਵੇਲੇ ਕੀ ਆ ਤੁਹਾਨੂੰ ਮਾੜਾ ਵੀ ਕਹਿੰਦੇ ਨੇ ਹੈ ਨਾ ਉਹਨਾਂ ਹੇਟਰਸ ਦੇ ਬਾਰੇ ਕੀ ਕਹਿਣਾ ਚਾਹੋਗੇ ਸ਼ਾਇਦ ਕਿਤੇ ਨਾ ਕਿਤੇ ਤੁਹਾਡੇ ਕੋਲ ਚੁੱਕ ਰਹਿ ਗਈ ਹੋਵੇ ਹਾਂ ਕਿਸੇ ਦੀ ਮਦਦ ਨਾ ਹੋਈ ਹੋਵੇ ਤੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕੈਮਰਾ ਕਿੱਧਰ ਹੈ ਆਈ ਲਵ them ਇਹੀ ਕਹਿਣਾ ਚਾਹਨਾ ਕਿ ਆਈ ਜਸਟ ਲਵ them ਉਹਨਾਂ ਨੂੰ ਕਦੀ ਮੇਰੀ ਲੋੜ ਹੈ ਇਹ ਨਾ ਸੋਚਿਓ ਤੁਸੀਂ ਮੇਰੇ ਖਿਲਾਫ ਵੀ ਕਦੀ ਵੀਡੀਓਜ਼ ਪਾਈਆਂ ਨੇ ਨਾ ਮੈਂ ਤਾਂ ਵੀ ਤੁਹਾਡਾ ਜੱਫੀ ਪਾ ਕੇ ਵੈਲਕਮ ਕਰੂੰਗਾ ਜਦੋਂ ਮਰਜ਼ੀ ਆ ਜਾਓ ਮੇਰੇ ਕੋਲ ਆਏ ਵੀ ਨੇ ਜਿਨ੍ਹਾਂ ਨੇ ਮੇਰੇ ਖਿਲਾਫ ਚੱਲੇ ਨੇ ਕਮੈਂਟਸ ਗਾਲਾਂ ਵੀਡੀਓਜ਼ ਚੱਲੀਆਂ ਨੇ ਮੈਂ ਉਹਨਾਂ ਨੂੰ ਜੱਫੀ ਪਾ ਕੇ ਇਨਵਾਈਟ ਕੀਤਾ ਜੱਫੀ ਪਾ ਕੇ ਮਿਲਿਆ ਕਿਉਂਕਿ ਉਹ ਉਹਨਾਂ ਦੀ ਫਿਤਰਤ ਸੀ ਉਹਨਾਂ ਨੇ ਮੇਰੇ ਲਈ ਗਾਲ ਬਕੀ ਮੇਰੀ ਫਿਤਰਤ ਕੀ ਮੈਂ ਮੁਹੱਬਤ ਕਿਉਂਕਿ ਮੈਨੂੰ ਕੋਈ ਦਿਖਦਾ ਨਹੀਂ ਕਿਸੇ 'ਚ ਕੁਝ ਮੈਨੂੰ ਮਾੜਾ ਦਿਖਦਾ ਹੀ ਨਹੀਂ ਕੋਈ ਵੀ ਕੁਝ ਵੀ ਮੈਨੂੰ ਕਹਿੰਦਾ ਮੈਂ ਕਹਿੰਦਾ ਸ਼ੁਕਰ ਹੈ ਪਰਮਾਤਮਾ ਹਰ ਚੀਜ਼ 'ਚ ਸ਼ੁਕਰ ਹੈ ਕੋਈ ਚੱਕਰ ਨਹੀਂ ਤੁਹਾਡੀ ਲੁੱਕ ਵਾਈਜ਼ ਗੱਲ ਕਰੀਏ ਤੁਸੀਂ ਬਹੁਤ ਸੋਹਣੇ ਹੋ ਹੈਨਾ ਤੇ ਤੁਸੀਂ ਗਾਣੇ ਵੀ ਕੀਤੇ ਆ ਹੈਨਾ ਸੋਸ਼ਲ ਮੀਡੀਆ ਇਨਫਲੂਐਂਸਰ ਹੋ ਤੁਸੀਂ ਸਮਾਜ ਸੇਵੀ ਹੋ ਯੂਥ ਹੈਕਰ ਹੋ ਆਉਣ ਵਾਲੇ ਦਿਨਾਂ 'ਚ ਕੁਝ ਚੇਂਜ ਟਰੈਕ ਹੋ ਸਕਦਾ ਹੈ ਜਾਂ ਨਹੀਂ ਹੋ ਸਕਦਾ ਐਨਜੀਓ ਨਹੀਂ ਮੈਂ ਡਲੇ ਸਹਿ ਤੱਕ ਛੱਡੂੰਗਾ ਉਸ ਤੋਂ ਇਲਾਵਾ ਜਿਹੜਾ ਟਰੈਕ ਮੈਨੂੰ ਮਸ਼ਹੂਰ ਹੋਣ ਲਈ ਮਿਲੇਗਾ ਫੇਮਸ ਹੋਣ ਲਈ ਉਹ ਵੀ ਨਹੀਂ ਛੱਡੂੰਗਾ ਕਿਉਂਕਿ ਜਿਹੜਾ ਮੇਰਾ ਮੇਨ ਫੋਕਸ ਹੋਊਗਾ ਮਸ਼ਹੂਰ ਹੋਣਾ ਫੇਮਸ ਹੋਊਗਾ ਮੈਂ ਤਾਂ ਹੀ ਲੋਕਾਂ ਨੂੰ ਇੱਥੇ ਬੁਲਾ ਪਾਉਂਗਾ ਨਾ ਤਾਂ ਫੇਮਸ ਹੋਣ ਲਈ ਗਾਣੇ ਫਿਲਮਾਂ ਕੀ ਕੁਝ ਵੀ ਮੈਨੂੰ ਕਰਨਾ ਪਵੇ ਮੈਂ ਕਰੂੰਗਾ ਪਰ ਬੇਸ ਐਨਜੀਓ ਹੀ ਰੱਖੂੰਗਾ ਟਿਲ ਆਈ ਐਮ ਅਲਾਈਵ ਜਦੋਂ ਤੱਕ ਮੈਂ ਜ਼ਿੰਦਾ ਅੱਛਾ ਜੇ ਕੈਰੀਅਰ ਦੀ ਗੱਲ ਕਰ ਲੈਂਦੇ ਆ ਥੋੜਾ ਕਿਉਂਕਿ ਐਟ ਲਾਸਟ ਬੰਦਾ ਇਹੀ ਦੇਖਦਾ ਕਿ ਹਾਂ ਵੀ ਮੈਂ ਸਟੇਬਲ ਹੋਣਾ ਹੈ ਨਾ ਇੱਕ ਏਜ ਤੋਂ ਬਾਅਦ ਵਿੱਚ ਤੇ ਕੀ ਆਉਣ ਵਾਲੇ ਦਿਨਾਂ 'ਚ ਕੁਛ ਇਦਾਂ ਦੇ ਕਾਰੋਬਾਰ ਕਰੂੰਗੀ ਕਿਉਂਕਿ ਹੁਣ ਮੈਂ ਵੀ ਆਪਣਾ ਚਾਹੂੰਗੀ ਕਿ ਮੇਰਾ ਕੈਰੀਅਰ ਸਟੇਬਲ ਹੋ ਜਾਵੇ ਉਹਦੇ ਲਈ ਕੀ ਕੁਝ ਕਰਨਾ ਚਾਹੂੰਗੀ ਕਿਉਂਕਿ ਐਨਜੀਓ ਜਿਹੜੀ ਹੈ ਉਹ ਐਨਜੀਓ ਦੇ ਸਹਾਰੇ ਤਾਂ ਨਹੀਂ ਸਾਰੀ ਉਮਰ ਹੋ ਸਕਦਾ ਹੈ ਨਾ ਮੈਂ ਥੋੜਾ ਜਿਹਾ ਤੁਹਾਡੇ ਇੰਟਰਵਿਊ ਦੇ ਵਿੱਚ ਇੱਧਰ ਉੱਧਰ ਦੇਖ ਰਿਹਾ ਤਾਂ ਕੋਈ ਚੱਕਰ ਨਹੀਂ ਕੋਈ ਗੱਲ ਨਹੀਂ ਤੁਸੀਂ ਫ੍ਰੀ ਹੋ ਕੇ ਗੱਲ ਕਰ ਸਕਦੇ ਹੋ ਨਹੀਂ ਮੈਂ ਇਹ ਕਹਿਣਾ ਚਾਹੁੰਦਾ ਕਿ ਕੈਰੀਅਰ ਦੀ ਗੱਲ ਐਦਾਂ ਹੈ ਕਿ ਦੇਖੋ ਕੈਰੀਅਰ ਤਾਂ ਸਾਡਾ ਫੈਮਿਲੀ ਦਾ ਵਧੀਆ ਚੱਲ ਰਿਹਾ ਹੁਣ ਮੈਂ ਪੋਡਕਾਸਟਿੰਗ ਵੀ ਸ਼ੁਰੂ ਕੀਤੀ ਹੈ ਐਜ਼ ਅ ਕੈਰੀਅਰ
ਪੋਡਕਾਸਟਿੰਗ ਦੇ ਵਿੱਚ ਕੱਲ ਨੂੰ ਵਧੀਆ ਲੈਵਲ ਤੇ ਜਾਵਾਂਗੇ ਤਾਂ ਉੱਥੋਂ ਕਮਾਈ ਬਹੁਤ ਆ ਮੈਨੂੰ ਲੱਗਦਾ। ਤੁਸੀਂ ਦੇਖੇ ਪੋਡਕਾਸਟ? ਹਾਂਜੀ ਮੈਂ ਬਿਲਕੁਲ ਪੋਡਕਾਸਟਿੰਗ ਇਜ਼ ਮੈਨੂੰ ਲੱਗਦਾ ਕਿ ਮੈਂ ਬਣੇ ਇਸ ਚੀਜ਼ ਲਈ ਆ ਤੇ ਪੋਡਕਾਸਟਿੰਗ ਦੇ ਨਾਲ ਅਸੀਂ ਵਧੀਆ ਸੈਟਅਪ ਕਰਾਂਗੇ ਸੋਸ਼ਲ। ਅਜੇ ਮੈਂ ਕੱਲ ਪਰਸੀ ਲਿੰਕ ਸ਼ੇਅਰ ਤੁਸੀਂ ਕੀਤਾ ਸੀ ਸ਼ਾਇਦ ਤੁਹਾਡੇ ਕਿਸੇ ਮੈਂਬਰ ਨੇ ਮੈਨੂੰ, ਤਾਂ ਮੈਂ ਤੁਹਾਡਾ ਪੋਡਕਾਸਟ ਦੇਖਿਆ ਸੀਗਾ। ਬਸ ਉਸ 'ਚ ਹੀ ਕੈਰੀਅਰ ਬਣਾਵਾਂਗੇ ਪੋਡਕਾਸਟ। ਕਿਉਂਕਿ ਤੁਹਾਡੀ ਬੋਲਣ ਦੀ ਅਗਰ ਗੱਲ ਕਰੀਏ, ਤੁਸੀਂ ਬੋਲਦੇ ਬਹੁਤ ਸੋਹਣਾ ਹੋ, ਫੈਬੂਲਸ ਸਪੀਕਿੰਗ ਹੈ ਤੁਹਾਡੀ, ਇਨਫਲੂਐਂਸੀ ਵੀ ਹੈਗੀ ਹੈ, ਤੇ ਮਤਲਬ ਇਹਨੂੰ ਅੱਗੇ ਕੈਰੀਅਰ ਤੁਸੀਂ ਚੁਣ ਸਕਦੇ ਹੋ। ਸੋਸ਼ਲ ਮੀਡੀਆ ਤੇ ਵੀ ਚੰਗੀ ਇਨਕਮ ਹੈ। ਸੋਸ਼ਲ ਪਿੱਛੇ ਤੋਂ ਮੈਨੂੰ ਪੁੱਛਿਆ ਨਹੀਂ ਸਵਾਲ ਸੱਚ ਸੋਸ਼ਲ ਮੀਡੀਆ ਦੀ ਇਨਕਮ ਦਾ। ਉਹ ਵੀ ਅਸੀਂ ਪੁੱਛਣਾ ਸੀਗਾ, ਤੁਸੀਂ ਪਹਿਲੇ ਦੱਸ ਦਿਓ। ਉਹਦੇ ਤੋਂ ਕਮਾਈ ਹੈਗੀ ਹੈ ਤੇ ਉਹਦੇ ਨਾਲ ਮੇਰੇ ਖਰਚੇ ਖੁਰਚੇ ਨਿਕਲ ਜਾਂਦੇ ਨੇ, ਉਹ ਵਧੀਆ। ਤੇ ਜੇ ਉਹਦੇ 'ਚ ਵੀ ਕਿਸੇ ਨੂੰ ਢਿੱਡ ਪੀੜ ਹੈ ਤਾਂ ਫਿਰ ਮੈਨੂੰ ਲੱਗਦਾ ਹੈ ਕਿ ਆਪ ਇਹ ਕੰਮ ਸ਼ੁਰੂ ਕਰਨਾ ਚਾਹੀਦਾ ਔਰ ਉਹ ਇਨਕਮ ਕਮਾਣੀ ਚਾਹੀਦੀ ਹੈ। ਤੇ ਜਿਹੜੀ ਡਾਇਰੈਕਟ ਵਾਲੀ ਇਨਕਮ ਹੈ ਉਹ ਸੇਵਾ ਚਲਾਣੀ ਚਾਹੀਦੀ ਹੈ, ਜੇ ਇੰਨਾ ਹੀ ਸੌਖਾ ਹੈ। ਜੇ ਸਿਸਟਮ ਚਲਾ ਕੇ ਤੁਹਾਨੂੰ 4 ਫੇਸਬੁੱਕ ਪੈਸੇ ਦੇ ਵੀ ਰਹੀ ਹੈ ਔਰ ਤੁਹਾਨੂੰ ਲੱਗਦਾ ਕਿ ਉਹ ਵੀ ਗਲਤ ਨੇ, ਫਿਰ ਆਪ ਕਰੋ, ਤੁਸੀਂ ਡੋਨੇਟ ਕਰੋ। ਅੱਛਾ, ਮੈਂ ਅਗਰ ਤੁਸੀਂ ਮਾਈਂਡ ਨਾ ਕਰੋ ਤਾਂ ਮੈਂ ਗੱਲ ਮੈਂ ਕੁਝ ਨਹੀਂ ਮਾਈਂਡ ਕਰਦਾ। ਕਿੰਨੀ ਕੀ ਕਮਾਈ ਹੋ ਜਾਂਦੀ ਹੈ ਸੋਸ਼ਲ ਮੀਡੀਆ ਤੋਂ? ਸੋਸ਼ਲ ਮੀਡੀਆ ਦੀ ਕਮਾਈ ਇੰਨੀ ਕੁ ਹੋ ਜਾਂਦੀ ਹੈ ਕਿ ਮਹੀਨੇ ਕਿਤੇ ਮੇਰੇ ਆਪਣੇ ਪਰਸਨਲ ਖਰਚੇ ਨਿਕਲ ਜਾਂਦੇ। ਐਡੀ ਕੁ ਵੀ ਨਹੀਂ ਹੈਗੀ ਕਿ ਮੈਂ ਜਹਾਜ਼ ਲੈ ਲਾਂਗਾ, ਇੰਨੀ ਵੀ ਨਹੀਂ ਹੈਗੀ, ਪਰ ਲੋਕਾਂ ਨੂੰ ਦਿਖਦੀ ਬਹੁਤ ਜ਼ਿਆਦਾ ਹੈ ਕਿ ਪਤਾ ਨਹੀਂ। ਹੁਣ ਤੁਸੀਂ ਵੀ ਸੋਸ਼ਲ ਮੀਡੀਆ ਚਲਾਉਂਦੇ ਹੋ, ਤੁਸੀਂ ਆਪਣਾ ਫੇਸਬੁੱਕ ਪੇਜ ਚੈੱਕ ਕਰੋ ਕਿੰਨੀ ਕਮਾਈ ਹੈ। ਮੈਂ ਤਾਂ ਰੱਖ ਵੀ ਦਵਾਂਗਾ ਕਿ ਕਿੰਨੇ ਦੀ ਕਮਾਈ ਹੈ, ਪਰ ਉਹਦਾ ਫਾਇਦਾ ਨਹੀਂ ਕੋਈ। ਲੋਕਾਂ ਨੂੰ ਫਿਰ ਹੁੰਦਾ ਕਿ ਇਹ ਕਿਉਂ ਕਰਤਾ ਉਹ ਕਰਤਾ, ਫਿਰ ਮੈਂ ਲੋਕਾਂ ਦੇ ਹਿਸਾਬ ਨਾਲ ਨਹੀਂ ਨਾ ਚੱਲ ਸਕਦਾ। ਬਿਲਕੁਲ, ਕਿਉਂਕਿ ਫੇਸਬੁੱਕ ਤਾਂ ਸਭ ਨੂੰ ਪੈਸੇ ਦਿੰਦੀ ਹੈ, ਮੈਨੂੰ ਇਕੱਲੇ ਨੂੰ ਤਾਂ ਦਿੰਦੀ ਨਹੀਂ, ਤੁਹਾਨੂੰ ਵੀ ਦਿੰਦੀ ਹੈ। ਕੋਈ ਵੀ ਫੇਸਬੁੱਕ ਚਲਾ ਲਵੇ ਸਭ ਨੂੰ ਦਿੰਦੀ ਹੈ। ਬਿਲਕੁਲ ਬਿਲਕੁਲ। ਔਰ ਲੋਕ ਤਾਂ ਗੰਦੀਆਂ ਵੀਡੀਓਜ਼ ਪਾ ਕੇ ਵੀ ਪੈਸੇ ਕਮਾਉਂਦੇ ਨੇ, ਤੇ ਮੇਰੀਆਂ ਚੰਗੀਆਂ ਵੀਡੀਓਜ਼ ਦਿਖਾ ਕੇ ਜੇ ਮੈਂ 4 ਪੈਸੇ ਕਮਾ ਵੀ ਲੈਣਾ, ਕਿਸੇ ਦੀ ਢਿੱਡ ਪੀੜ ਕਿਉਂ ਆ? ਮੈਂ ਦਾਨ ਤਾਂ ਨਹੀਂ ਖਾ ਰਿਹਾ। ਅੱਛਾ, ਇੱਕ ਲਾਸਟ ਕੁਐਸਚਨ ਹੈ ਤੁਹਾਡੇ ਨਾਲ, ਸਾਡੇ ਵਿਊਅਰਸ ਨੂੰ ਕੀ ਕਹਿਣਾ ਚਾਹੋਗੇ? ਪਹਿਲਾਂ ਤਾਂ ਮੈਂ ਤੁਹਾਡਾ ਥੈਂਕ ਯੂ ਕਰਨਾ ਚਾਹੁੰਦਾ ਕਿ ਤੁਹਾਨੂੰ ਮਿਲ ਕੇ ਇੰਨਾ ਪੋਜ਼ਿਟਿਵ ਲੱਗਿਆ, ਕਿਉਂਕਿ ਲੋਕ ਅੱਜ-ਕੱਲ ਭਰੇ ਪਏ ਨੇ ਨੈਗੇਟਿਵਿਟੀਜ਼ ਨਾਲ। ਤੇ ਮੈਨੂੰ ਇਹੀ ਹੁੰਦਾ ਕਿ ਉਹਨਾਂ ਦਾ ਕਸੂਰ ਨਹੀਂ ਹੈ, ਕਸੂਰ ਉਹਨਾਂ ਦਾ ਹੈਗਾ ਜਿਹੜੇ ਉਹਨਾਂ ਕੋਲ ਜ਼ਿੰਦਗੀ 'ਚ ਲੋਕ ਹੈ ਨਹੀਂ ਟਾਈਮ ਸਪੈਂਡ ਕਰਨ ਲਈ। ਤਾਂ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਆਹ ਇੰਟਰਵਿਊ ਸੁਣ ਕੇ ਮੇਰੇ ਫੈਨ ਨਹੀਂ ਬਣਨਾ, ਮੈਂ ਜਿਵੇਂ ਦਾ ਹੈਗਾ ਮੈਂ ਠੀਕ ਹਾਂ, ਪਰ ਤੁਸੀਂ ਆਪਣੀ ਜ਼ਿੰਦਗੀ 'ਚ ਆਪਣੇ ਫੈਨ ਜ਼ਰੂਰ ਬਣੋ, ਆਪਣੇ ਆਪ ਨੂੰ ਸੁਧਾਰੋ। ਕਰ ਕੀ ਰਹੇ ਹੋ, ਕਰਨ ਕੀ ਆਏ ਹੋ, ਤੇ ਅੱਛੇ ਕਰਨ ਨੇ ਜਿਹੜੇ ਉਹ ਕਰੋ, ਇਹੀ ਕਹਿਣਾ ਚਾਹੁੰਦਾ। ਬਹੁਤ ਸ਼ੁਕਰੀਆ ਅਨਮੋਲ ਤੁਹਾਡਾ। ਜਿਵੇਂ ਕਿ ਅਸੀਂ ਤੁਹਾਨੂੰ ਇੰਟਰਵਿਊ ਦੇ ਸਟਾਰਟਿੰਗ 'ਚ ਹੀ ਕਿਹਾ ਸੀ ਕਿ ਅੱਜ ਅਸੀਂ ਤੁਹਾਨੂੰ ਸਮਾਜ ਸੇਵੀ ਅਨਮੋਲ ਕੁਆਤਰਾ ਦੇ ਨਾਲ ਮਿਲਵਾਉਣਾ ਹੈ ਤੇ ਉਹਨਾਂ ਦੇ ਬਾਰੇ ਜਾਣਨਾ ਕਿ ਅਨਮੋਲ ਕਰਦਾ ਕਿੱਦਾਂ ਹੈ ਕੰਮ, ਤੇ ਇਸ ਲਈ ਉਹਨਾਂ ਦੇ ਜੋ ਥਾਂ ਤੇ ਬੈਠਦੇ ਨੇ ਅੱਜ ਅਸੀਂ ਪਹੁੰਚੇ ਸੀ ਤੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ। ਤੁਹਾਨੂੰ ਇਹ ਇੰਟਰਵਿਊ ਜਾਂ ਅਨਮੋਲ ਦੇ ਬਾਰੇ ਜਾਣ ਕੇ ਕਿਸ ਤਰੀਕੇ ਨਾਲ ਲੱਗਿਆ, ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸੋ। ਕੈਮਰਾਮੈਨ ਮਨੀਸ਼ ਦੇ ਨਾਲ ਮੈਂ ਜੰਨਤ ਸ਼ੂ, ਪੰਜਾਬੀ ਬੁਲੇਟਿਨ, ਲੁਧਿਆਣਾ।